ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੈਦ ਵੇਗ ਤਬ ਖੜਗ ਬਰਹਾਰਾ, ਹਰੀ ਚੰਦ ਗਹਿ ਸਿਮਰ ਸਹਾਰਾ। ਘਾਵ ਬਚਾਏ ਸੋ ਆਪ ਚਲਾਇਓ, ਸੈਦ ਵੇਗ ਨੇ ਅੰਗ ਬਚਾਇਓ। ਸੈਦ ਵੇਗ ਤਬ ਖੜਗ ਬਰਹਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀਆਂ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਨ ਤਪ ਪਾਵਨ ਸੰਸਕਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਸ਼ਾਮ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋ ਗਿਆ। ਮੇਰੇ ਮਾਧਵ ਜੀ ਸਤਸੰਗ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਖੇ ਕਾਸ ਹਰਿਆ। ਸੱਚੇ ਪਾਤਸ਼ਾਹ ਜੀ ਭਾਵ ਸਾਗਰ ਤੋਂ ਤਰਨ ਵਾਸਤੇ ਇਹ ਉਪਰਾਲਾ ਕਰਨਾ ਚਾਹੀਦਾ ਹੈ। ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਮਨੁੱਖ ਹੁਣ ਸਦਾ ਹੀ ਸਾਧੂਆਂ ਦੀ ਸੰਗਤ ਕਰ, ਸੱਚ ਦੀ ਸੰਗਤ ਕਰ, ਚੰਗਿਆਂ ਦੀ ਸੰਗਤ ਕਰ ਅਤੇ ਸੱਚ ਦੀ ਸੰਗਤ ਕਰਨ ਦੇ ਨਾਲ ਤੇਰੇ ਅੰਦਰ ਦੇ ਪਾਪ ਨੇ ਜਿਹੜੇ ਉਹਨਾਂ ਦੀ ਨਿਵਰਤੀ ਹੋਏਗੀ। ਜਿਵੇਂ ਸੁੱਕਾ ਬਾਲਣ ਗਾੜੀ ਜਿਹੜੀ ਹੈ ਸਾੜ ਕੇ ਸੁਆਹ ਕਰ ਦਿੰਦੀ ਹੈ, ਜਿੰਨਾ ਮਰਜ਼ੀ ਵੱਡਾ ਢੇਰ ਹੋਵੇ। ਇਸੇ ਤਰ੍ਹਾਂ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਨੇ, ਮੈਲ ਲੱਗੀ ਹੋਈ ਸਤਸੰਗਤ ਦੀਆਂ ਜਿਹੜੀਆਂ ਘੜੀਆਂ ਨੇ, ਇਹਨਾਂ ਪਾਪਾਂ ਨੂੰ ਸਾੜ ਕੇ ਸੁਆਹ ਕਰ ਗੁਰ ਪ੍ਰਸਾਦ ਪਰਮ ਪਦ ਪਾਇਆ। ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸ ਪਰਮ ਪਦ ਅਵਸਥਾ ਨੂੰ ਅਸੀਂ ਪ੍ਰਾਪਤ ਕਰ ਸਕਦੇ ਜੇ ਬਾਦਸ਼ਾਹ ਜੀ ਦੀ ਬਖਸ਼ਿਸ਼ ਹੋ ਜਾਵੇ। ਕਿਉਂਕਿ ਕੁਝ ਗੱਲਾਂ ਨੇ ਜਿਹੜੀਆਂ ਸਾਡੇ ਵੱਸ ਦੇ ਵਿੱਚ ਨੇ, ਕੁਝ ਜਿਹੜੀਆਂ ਗੱਲਾਂ ਨੇ ਸਾਡੇ ਵੱਸ ਦੇ ਵਿੱਚ ਨਹੀਂ। ਕਿ ਉਦਮ ਕਰਨਾ, ਪ੍ਰਸ਼ਾਦ ਕਰਨਾ, ਜੇ ਕੋਈ ਇਹ ਕਹੇ ਕਿ ਕੋਈ ਪ੍ਰਸ਼ਾਦਾ ਮੇਰੇ ਮੂੰਹ ਵਿੱਚ ਆ ਕੇ ਪਾਏਗਾ, ਇਸ ਤਰ੍ਹਾਂ ਤਾਂ ਨਹੀਂ ਨਾ। ਪ੍ਰਸ਼ਾਦ ਤੇ ਕਰਨਾ ਪੈਣਾ, ਕੋਈ ਕੰਮਕਾਰ ਕਰਨਾ ਪੈਣਾ, ਕੋਈ ਨੌਕਰੀ ਚਾਕਰੀ, ਕੋਈ ਕਾਰੋਬਾਰ ਛੋਟਾ ਮੋਟਾ, ਉਹਦੇ ਨਾਲ ਫਿਰ ਪ੍ਰਸ਼ਾਦਾ ਪਾਣੀ ਮਿਲੇਗਾ। ਇਸੇ ਤਰ੍ਹਾਂ ਹੀ ਜੇ ਕੋਈ ਕਹੇ ਕਿ ਮੈਂ ਸੁਦੇ ਹੀ ਪ੍ਰਕਾਸ਼ ਹੋ ਜਾਵਾਂ, ਮੈਨੂੰ ਕੋਈ ਮਿਹਨਤ ਨਾ ਕਰਨੀ ਪਵੇ, ਮੈਂ ਸਾਧੂ ਬਣ ਜਾਵਾਂ, ਸੰਤ ਅਵਸਥਾ ਨੂੰ ਪ੍ਰਾਪਤ ਹੋ ਜਾਵਾਂ, ਸੱਚੇ ਪਾਤਸ਼ਾਹ ਜੀ ਕਹਿੰਦੇ ਉਦਮ ਕਰਨਾ ਪਵੇ। ਮਿਹਨਤ ਮਸ਼ੱਕਤ ਤੇ ਕਰਨੀ ਪਏਗੀ। ਉਸ ਤੋਂ ਅਗਲੀ ਜਿਹੜੀ ਗੱਲ ਹੈ ਕਿ ਆਤਮਾ ਜਿਹੜੀ ਬ੍ਰਹਮ ਦੇ ਵਿੱਚ ਲੀਨ ਹੋ ਜਾਵੇ, ਉਹ ਪਰਮੇਸ਼ਰ ਦੀ ਕੌਮ ਸੁਲਤਾਨ ਦੇ ਸਤਸੰਗਤ ਮਿਲੇ ਸੋ ਤਰਿਆ। ਜਿਹੜੇ ਗੁਰਮੁਖ ਪਿਆਰੇ ਸਤਸੰਗਤ ਵਿੱਚ ਮਿਲ ਬੈਠਦੇ ਨੇ, ਜੁੜ ਕਰਕੇ ਆਪ ਜੀ ਰੋਜ਼ਾਨਾ ਹੀ ਬੜੇ ਚਾਅ ਗੁਲਾਬ ਦੇ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਨੂੰ ਸਰਵਣ ਕਰਦੇ ਔਰ ਇਹ ਸਮਰਥ ਨੂੰ ਆਪਣੇ ਹਿਰਦੇ ਵਿੱਚ ਸਮਾਉਂਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ
ਮਹਾਨ ਪਾਵਨ ਪਵਿੱਤਰ ਜੀਵਨ ਦੀ ਕੌਤਕਾਂ ਦੀ ਲੜੀਵਾਰ ਕਥਾ ਚੱਲ ਰਹੀ ਹੈ, ਜਿਹੜੀ ਕਿ 6ਵੀਂ ਰੁੱਤ ਅਤੇ ਤੀਜਾ ਅੰਸੂ ਦੇ ਵਿੱਚ ਕਥਾ ਪਹੁੰਚ ਚੁੱਕੀ ਹੈ। ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮਸੰਦਾਂ ਨੂੰ ਗੁਰੂ ਘਰ ਦੇ ਵਿੱਚੋਂ ਪਾਸੇ ਕੀਤਾ, ਉਸ ਤੋਂ ਉਪਰੰਤ ਜਿਹੜੇ ਤੁਰਕ ਸਨ ਮਲਖਈਆ ਚੜ੍ਹ ਕੇ ਆਇਆ, ਨਾਲ ਪਹਾੜੀ ਰਾਜਿਆਂ ਨੇ ਸਹਾਇਤਾ ਕੀਤੀ। ਲਗਭਗ 1.25 ਲੱਖ ਦੇ ਕਰੀਬ ਉਹਨਾਂ ਦੀ ਫੌਜ ਹੈ। ਜਦੋਂ ਚੜ੍ਹ ਕੇ ਆਈ, ਉਸ ਸਮੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਕੇਵਲ 500 ਸਿੰਘ ਹਨ। ਔਰ ਜਦੋਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਹੁਣ ਆਪਾਂ ਯੁੱਧ ਕਰਨਾ ਇਹਨਾਂ ਦੇ ਨਾਲ, ਤਾਂ ਸਿੰਘ ਕਹਿਣ ਲੱਗੇ, ਖਾਲਸਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਸਾਡੀ ਗਿਣਤੀ ਬੜੀ ਥੋੜ੍ਹੀ, ਉੱਧਰ ਤੇ ਲੱਖਾਂ ਦੀ ਗਿਣਤੀ, ਇੱਧਰ 100, ਇਸ ਕਰਕੇ ਆਪ ਦੀ ਕਿਰਪਾ ਕਰੋ। ਸਤਿਗੁਰਾਂ ਨੇ ਕਿਹਾ ਫਿਰ ਆਪਣੇ ਨੇਤਰ ਬੰਦ ਕਰੋ ਕਿ ਵਿਸ਼ਵਾਸ ਦਵਾ ਦਈਏ। ਜਦੋਂ ਨੇਤਰ ਬੰਦ ਕੀਤੇ, ਕੀ ਦੇਖਦਾ ਖਾਲਸਾ ਪੰਥ ਕਿ ਜਿਹੜੀਆਂ ਸ਼ਹੀਦੀ ਫੌਜਾਂ ਨੇ ਬੇਅੰਤ ਗਿਣਤੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਹਾਇਤਾ ਵਾਸਤੇ ਹੱਥ ਜੋੜ ਕੇ ਖਲੋਤੇ, ਜਿਨ੍ਹਾਂ ਦੇ ਹੱਥਾਂ ਵਿੱਚ ਸ਼ਸਤਰ ਨੇ ਤਰ੍ਹਾਂ ਤਰ੍ਹਾਂ ਦੇ ਭਿਆਨਕ। ਉਹ ਜਦੋਂ ਦੇਖਿਆ ਸਾਰੀ ਧਰਤੀ ਜਿਹੜੀ ਹੈ, ਸਤਿਗੁਰਾਂ ਨੇ ਜਿਹੜੇ ਕੰਕਰ ਪਾਏ ਹੋਏ ਸਨ ਉਹ ਗੋਲੀਆਂ ਬਣਾ ਕੇ ਦਿਖਾ ਦਿੱਤੇ। ਜਿਹੜੀ ਰੇਤ ਸੀ ਤੇ ਉਹਦੇ ਵਿੱਚੋਂ ਬਰੂਦ ਨਜ਼ਰ ਆਇਆ। ਇਹ ਪਾਤਸ਼ਾਹ ਜੀ ਨੇ ਜਦੋਂ ਦਿਖਾਇਆ, ਮਨ ਦੇ ਵਿੱਚ ਹੌਸਲਾ ਬਣ ਗਿਆ ਕਿ ਹਾਂ ਪਾਤਸ਼ਾਹ ਜੀ ਆਪ ਅਕਾਲ ਪੁਰਖ ਸਤਿਗੁਰੂ ਨੇ ਕੁਝ ਵੀ ਕਰ ਸਕਦੇ ਨੇ, ਕੁਝ ਵੀ ਮੁਮਕਿਨ ਹੈ। ਪਾਤਸ਼ਾਹ ਜੀ ਜਿਹਦੇ ਸਿਰ 'ਤੇ ਹੱਥ ਰੱਖ ਦਿੰਦੇ ਨੇ। ਉਸ ਪਾਸਿਓਂ ਇੱਕ ਮੇਮੂ ਖਾਨ ਤੇ ਇੱਕ ਸੈਦ ਬੇਗ, ਦੋਨੇ ਸਤਿਗੁਰਾਂ ਦੇ ਸ਼ਰਧਾਲੂ ਬਣ ਗਏ। ਉਹਨਾਂ ਕਿਹਾ ਕਿ ਅਸੀਂ ਆਪ ਜੀ ਵੱਲੋਂ ਲੜਾਂਗੇ। ਸੋ ਜਦੋਂ ਜੰਗੀ ਮੈਦਾਨ ਦੇ ਵਿੱਚ 2-2 ਹੱਥ ਹੋਏ ਸੂਰਮਿਆਂ ਦੇ ਜੰਗ ਚੱਲ ਰਿਹਾ ਹੈ, ਪਾਤਸ਼ਾਹ ਜੀ ਉੱਚੀ ਜਗ੍ਹਾ 'ਤੇ ਖਲੋ ਕੇ ਤੱਕ ਰਹੇ ਨੇ, ਸਾਰੇ ਜੰਗ ਦੀ ਰੇਖ ਦੇਖ ਕਰ ਰਹੇ ਨੇ ਅਤੇ ਨਿਗਾਹ ਰੱਖਦੇ ਨੇ ਕਿਹੜੇ ਪਾਸੇ ਖਾਲਸਾ ਕਿਤੇ ਕਮਜ਼ੋਰ ਤਾਂ ਨਹੀਂ ਹੁੰਦਾ। ਤਾਂ ਜਦੋਂ ਦੇਖਿਆ ਕਿ ਸੈਦ ਖਾਨ ਤੇ ਹਰੀ ਚੰਦ ਦਾ ਯੁੱਧ ਹੋ ਰਿਹਾ ਹੈ, ਬੜਾ ਭਿਆਨਕ, ਦੋਵੇਂ ਸੂਰਮੇ ਵੱਧ ਕੇ ਵਾਰ ਕਰ ਰਹੇ ਨੇ। ਆਓ ਜਿਵੇਂ ਅੱਗੇ ਹੁਣ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਮਨਬਰਤੀਆਂ ਨੂੰ ਕਾਗਰ ਕਰੀਏ। ਸਾਰੀ ਸੰਗਤ ਇੱਕ ਵਾਰੀ ਬੜੇ ਪਿਆਰ ਦੇ ਨਾਲ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੈਦ ਬੇਗ ਤਬ ਖੜਗ ਬਰਹਾਰਾ, ਸੈਦ ਬੇਗ ਨੇ ਖੜਗ ਦਾ ਵਾਰ ਕੀਤਾ, ਤਲਵਾਰ ਦਾ ਵਾਰ ਕੀਤਾ ਹਰੀ ਚੰਦ ਰਾਜੇ ਉੱਪਰ। ਹਰੀ ਚੰਦ ਗਹਿ ਸਿਮਰ ਸਹਾਰਾ, ਹਰੀ ਚੰਦ ਨੇ ਬੜੀ ਫੁਰਤੀ ਦੇ ਨਾਲ ਅੱਗੇ ਢਾਲ ਕਰਕੇ ਉਸ ਵਾਰ ਨੂੰ ਬਚਾ ਲਿਆ। ਕਾਬ ਬਚਾਏ ਸੋ ਆਪ ਜਲਾਇਓ, ਅਤੇ ਆਪਣਾ ਜਿਹੜਾ ਵਾਰ ਸੀ ਉਹਨੂੰ ਬਚਾ ਕੇ ਇੱਕੇ ਦਮ ਬਿਜਲੀ ਦੀ ਫੁਰਤੀ ਨਾਲ ਫਿਰ ਆਪ ਵਾਰ ਕੀਤਾ। ਸੈਦ ਬੇਗ ਨੇ ਅੰਗ ਬਚਾਇਓ, ਸੈਦ ਬੇਗ ਜਿਹੜਾ ਸੀ ਉਹ ਵੀ ਯੋਧਾ ਸੀ, ਉਹਨੇ ਵੀ ਹਰੀ ਚੰਦ ਦੇ ਵਾਰ ਨੂੰ ਬਚਾ ਲਿਆ। ਹਰੀ ਚੰਦ ਕੈ ਹਨਿਓ ਕਿਰਪਨ, ਹਰੀ ਚੰਦ ਨੇ ਜਦੋਂ ਕਿਰਪਾਨ ਦਾ ਵਾਰ ਕੀਤਾ, ਕੱਟਿਓ ਅੰਗ ਕਰ ਪ੍ਰਾਨਨ ਹਾਨਾ। ਅਤੇ ਫਿਰ ਜਦੋਂ ਸੈਦ ਬੇਗ ਨੇ ਫਿਰ ਵਾਰ ਕਰ ਦਿੱਤਾ, ਕਿਰਪਾਨ ਦਾ ਵਾਰ ਹੋਇਆ। ਇਸ ਵਾਰ ਹੁਣ ਹਰੀ ਚੰਦ ਨੂੰ ਉਸ ਵਾਰ ਨੂੰ ਰੋਕਿਆ ਨਹੀਂ ਗਿਆ। ਅੰਗਾਂ ਨੂੰ ਕੱਟਦੀ ਹੋਈ ਤੇਗ ਇਹਦੇ ਸਰੀਰ ਨੂੰ ਭੰਗ ਕਰ ਦਿੱਤਾ, 2 ਟੁਕੜੇ ਕਰ ਦਿੱਤਾ। ਇਸ ਤਰ੍ਹਾਂ ਹਰੀ ਚੰਦ ਜਿਹੜਾ ਸੀ ਉਹ ਮਾਰਿਆ ਗਿਆ। ਵਿਖਿਓ ਲੜਾਈ ਮੈਂ ਜਬ ਮਾਰਿਓ, ਜਦੋਂ ਦੇਖਿਆ ਕਿ ਹਰੀ ਚੰਦ ਲੜਾਈ ਦੇ ਵਿੱਚ ਮਾਰਿਆ ਗਿਆ ਹੈ, ਦੀਨ ਬੇਗ ਤਬ ਆਨ ਵੰਗਾਰਿਓ। ਦੀਨਾ ਬੇਗ ਸੀ ਜਿਹੜਾ, ਉਸ ਸਮੇਂ ਦੀਨ ਬੇਗ ਜਾਂ ਆਦੀਨਾ ਬੇਗ, ਉਹਨੇ ਆ ਕੇ ਫਿਰ ਵੰਗਾਰਿਆ ਕਿ ਸੈਦ ਬੇਗ ਨੂੰ ਜੰਗ ਦੇ ਵਿੱਚ। ਫੇਰਤ ਸੈਫ ਆਨ ਕਰ ਭਿਰਿਓ, ਅਤੇ ਉਹਦੇ ਹੱਥ ਦੇ ਵਿੱਚ ਕਿਰਪਾਨ ਹੈ ਅਤੇ ਤਲਵਾਰ ਘੁਮਾ ਰਿਹਾ ਹੈ, ਕਿਉਂਕਿ ਇਹਨੇ ਦੇਖਿਆ ਕਿ ਹਰੀ ਚੰਦ ਨੂੰ ਸੈਦ ਬੇਗ ਨੇ ਮਾਰ ਦਿੱਤਾ ਹੈ। ਆਦੀਨਾ ਬੇਗ ਕੋਈ ਯੋਧਾ ਸੀ, ਉਹਨੇ ਆਣ ਕੇ ਜਦੋਂ ਲਲਕਾਰਿਆ ਤੇ ਨਾਲ ਆਪਣੇ ਹੱਥ ਦੇ ਤਲਵਾਰ ਨੂੰ ਇੱਧਰ ਉੱਧਰ ਫੇਰਦਾ ਹੈ। ਸੈਦ ਬੇਗ ਸੋ ਸਨਮੁਖ ਅਰਿਓ, ਸੈਦ ਬੇਗ ਦੇ ਸਨਮੁਖ ਆ ਕੇ ਖਲੋ ਗਿਆ। ਦੋਏ ਘੜੀ ਲਗ ਕੀਨ ਸੰਗਰਾਮ, ਲਗਭਗ ਅੱਧਾ ਘੰਟਾ ਦੋਨੇ ਸੂਰਮੇ ਫਿਰ ਇਹਨਾਂ ਦਾ ਯੁੱਧ ਹੋਇਆ, ਸੰਗਰਾਮ ਹੋਇਆ। ਦੇਖਤ ਬਹੁ ਨਰ ਭਾ ਅਬਿਰਾਮਾ, ਸਾਰੇ ਦੇਖ ਰਹੇ ਨੇ, ਹੁਣ ਤੱਕ ਰਹੇ ਨੇ, ਇਹਨਾਂ
ਇਹਨਾਂ ਦੋਨੇ ਯੋਧਿਆਂ ਦਾ ਯੁੱਧ। ਦੀਨ ਵੇਗ ਤਬ ਸੈਫ ਚਲਾਈ। ਤੇ ਕਹਿੰਦੇ ਉਸ ਸਮੇਂ ਦੀਨਾ ਬੇਗ ਨੇ ਜਦੋਂ ਤੇਗ ਚਲਾਈ, ਤੇਗ ਦਾ ਵਾਰ ਕੀਤਾ, ਸੈਦ ਵੇਗ ਕੇ ਅੰਗ ਲਗਾਈ। ਸੈਦ ਵੇਗ ਦੇ ਸਰੀਰ ਨੂੰ ਪਾਰ ਕਰਕੇ ਗਿਰਿਓ ਜੁਧ ਮਹਿ ਗੁਰ ਗੁਰ ਸਿਮਰਤ। ਆਂਦੇ ਸੂਰਮਾ ਸੈਦ ਵੇਗ ਜੰਗੇ ਮੈਦਾਨ ਦੇ ਭੂਮੀ ਦੇ ਉੱਤੇ ਡਿੱਗ ਗਿਆ, ਹੇਠਾਂ ਡਿੱਗਿਆ, ਮੁੱਖ ਦੇ ਵਿੱਚੋਂ ਗੁਰੂ ਗੁਰੂ ਕਰਦਾ ਪਿਆ ਹੈ। ਸ੍ਰੀ ਪ੍ਰਭ ਖੁਸ਼ੀ ਕਰੀ ਚਿਤ ਹਰਕਤ। ਸਤਿਗੁਰੂ ਪਾਤਸ਼ਾਹ ਜੀ ਤੱਕ ਰਹੇ ਨੇ, ਸੈਦ ਵੇਗ ਚੜ੍ਹਾਈ ਕਰਦਾ ਪਿਆ ਹੈ। ਪਾਤਸ਼ਾਹ ਜੀ ਦੇਖ ਕੇ ਖੁਸ਼ ਹੋ ਰਹੇ ਨੇ ਕਿ ਸੂਰਮਾ ਯੋਧਾ ਜਿਹੜਾ ਸੂਰਮਿਆਂ ਦਾ ਹੱਕ ਆ, ਮਨਸਾ ਮਰਨ ਮੁਨਸਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪ੍ਰਵਾਨ। ਇਹ ਸੂਰਮਿਆਂ ਦਾ ਹੱਕ ਹੈ ਕਿ ਉਹ ਜੰਗੇ ਮੈਦਾਨ ਦੇ ਵਿੱਚ ਸੂਰਮ ਗਤੀ ਨੂੰ ਪ੍ਰਾਪਤ ਕਰ ਲੈ, ਇਹ ਉਹਨਾਂ ਦਾ ਜਨਮ ਸਿੱਧ ਅਧਿਕਾਰ ਹੈ। ਸ਼ਹੀਦੀ ਜਿਹੜੀ ਹੈ ਉਹ ਹਰ ਇੱਕ ਮਨੁੱਖ ਨਹੀਂ ਪ੍ਰਾਪਤ ਕਰ ਸਕਦਾ। ਕੋਈ ਚਾਹ ਕੇ ਵੀ ਕਿ ਮੈਂ ਧਰਮ ਵਾਸਤੇ ਆਪਣਾ ਸੀਸ ਲਾ ਦਿਆਂਗਾ, ਉਹ ਸਾਰੇ ਜਿੰਨੇ ਵੀ ਤੁਰਨਗੇ ਉਹਨਾਂ ਵਿੱਚੋਂ ਕਈ ਜਿਹੜੇ ਸ਼ਹੀਦੀ ਉਹਨਾਂ ਨੂੰ ਨਸੀਬ ਨਹੀਂ ਹੁੰਦੀ। ਮੰਨ ਲਓ ਕਿ 100 ਜਣਾ ਤੁਰਿਆ ਉਸ ਵਹੀਰ ਦੇ ਵਿੱਚ, ਤੇ ਲਗਭਗ 50 ਜਣੇ ਸ਼ਹੀਦ ਹੋ ਗਏ, 50 ਜਣੇ ਫਿਰ ਵੀ ਬਚ ਜਾਂਦੇ। ਹੋ ਸਕਦਾ ਸਾਰੇ ਸ਼ਹੀਦ ਹੋ ਜਾਣ, ਪਰ ਇਹ ਹੈ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਜਿਨ੍ਹਾਂ ਨੂੰ ਸ਼ਹੀਦੀ ਦਾ ਜਾਮ ਮਿਲ ਜਾਂਦਾ। ਪਾਤਸ਼ਾਹ ਜੀ ਨੇ ਸ਼ਹੀਦ ਦਾ ਰੁਤਬਾ ਸਾਰਿਆਂ ਤੋਂ ਉੱਪਰ ਦੱਸਿਆ। ਇਸ ਕਰਕੇ ਸੈਦ ਵੇਗ ਨੂੰ ਜਦੋਂ ਦੇਖਿਆ, ਜਿਹਦਾ ਬਹੁਤ ਜ਼ਿਆਦਾ ਪਿਆਰ ਹੈ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ, ਭੂਮੀ ਦੇ ਉੱਤੇ ਡਿੱਗ ਪਿਆ, ਗੁਰੂ ਗੁਰੂ ਸਿਮਰਦਾ ਹੋਇਆ। ਪਾਤਸ਼ਾਹ ਜੀ ਦੇਖ ਕੇ ਬੜੇ ਗਦਗਦ ਹੋਏ ਹਨ। ਮਹਾ ਕੰਤੂਹਲ ਸਭ ਨੇ ਹੀਰਾ। ਇਹ ਅਸਰਦ ਜਿਹਾ ਜਿਹੜਾ ਤਮਾਸ਼ਾ ਸੀ ਨਾ, ਸਾਰਿਆਂ ਨੇ ਤੱਕਿਆ ਹੈ। ਸੁਰਪੁਰ ਮਹਿ ਤਿਨ ਕੀਨ ਬਸੇਰਾ। ਸੁਰਪੁਰ ਦੇ ਵਿੱਚ ਉਹਨੂੰ ਬੈਕੁੰਠ ਨਗਰ ਦੇ ਵਿੱਚ ਵਾਸਾ ਦਿੱਤਾ ਹੈ। ਕਿਰਪਾ ਕਰੀ ਕਲਗੀ ਧਰ ਜਬੈ। ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ, ਆਪਣੇ ਲੋਕ ਬਾਸ ਦੀਏ ਤਬੈ। ਆਪਣੇ ਲੋਕ ਦੇ ਵਿੱਚ ਜਿਹੜਾ ਸਤਿਗੁਰਾਂ ਦੇ ਆਪਣਾ ਲੋਕ ਹੈ, ਸੁਖੀ ਮੁਕਤੀ ਹੈ ਜਿਹੜੀ, ਉਹ ਬਖਸ਼ਿਸ਼ ਕਰ ਦਿੱਤੀ। ਅਪਰ ਸਿੰਘ ਬਹੁ ਲੜਤ ਜੁਝਾਰੇ। ਹੋਰ ਵੀ ਜਿਹੜੇ ਸਿੰਘ ਨੇ ਬਹੁਤ ਯੋਧੇ ਲੜ ਰਹੇ ਹਨ। ਪਰੇ ਤੁਰਕ ਜਨ ਗਿਰੇ ਮੁਨਾਰੇ। ਅਤੇ ਤੁਰਕਾਂ ਦੇ ਉੱਤੇ ਜਾ ਕੇ ਟੁੱਟ ਪੈਂਦੇ, ਉਹਨਾਂ ਦੀਆਂ ਧੌਣਾਂ ਸਰੀਰ ਦੇ ਨਾਲ ਇਸ ਤਰ੍ਹਾਂ ਵੱਖ ਹੁੰਦੀਆਂ, ਜਿਵੇਂ ਕਹਿੰਦੇ ਕੋਈ ਮਨਾਰਾ ਹੁੰਦਾ, ਉਸਦਾ ਜਿਹੜਾ ਚੁਬਾਰੇ ਦਾ ਉਹਦਾ ਘੇਰਾ ਹੁੰਦਾ ਹੈ, ਜਾਂ ਮਮਤੀ ਕਹਿ ਲਈਏ, ਜਦੋਂ ਉਹਨੂੰ ਕੋਈ ਚੀਜ਼ ਵੱਜੇ ਤੇ ਉਹ ਹੇਠਾਂ ਡਿੱਗਦੀ। ਇਸ ਤਰ੍ਹਾਂ ਜਿਹੜੇ ਤੁਰਕ ਨੇ ਉਹਨਾਂ ਦੇ ਸਿਰ ਡਿੱਗ ਰਹੇ ਹਨ। ਸਤ ਹੈ ਸ਼ਹੀਦ ਵੀਰ ਰਸ ਮਾਤੇ। ਅਤੇ ਜਿਹੜੇ ਸ਼ਹੀਦ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਚਾਹ ਹੈ ਜੰਗ ਦੇ ਮੈਦਾਨ ਵਿੱਚ ਸ਼ਹਾਦਤਾਂ ਪਾਉਣ ਦਾ, ਉਹ ਵੱਧ ਕੇ ਅੱਗੇ ਵਾਰ ਕਰਦੇ ਹਨ। ਸ਼ਰੋਣਤ ਗਿਰਹਿ ਪ੍ਰਿਥੀ ਰੰਗ ਰਾਤੇ। ਅਤੇ ਭਿੱਜੇ ਹੋਏ ਖੂਨ ਦੇ ਨਾਲ ਸਰੀਰ ਯੋਧਿਆਂ ਦੇ ਧਰਤੀ ਤੇ ਡਿੱਗ ਪੈਂਦੇ ਹਨ। ਇਸ ਪ੍ਰਕਾਰ ਮਾਚਿਓ ਕਮਸਾਨ। ਇਸ ਪ੍ਰਕਾਰ ਦੇ ਨਾਲ ਕਮਸਾਨ ਦਾ ਯੁੱਧ ਮਚਿਆ। ਲੋਥ ਪੋਥ ਨਾ ਭਈ ਮਹਾਨ। ਲਾਸ਼ਾਂ ਦੇ ਉੱਤੇ ਲਾਸ਼ਾਂ ਚੜ੍ਹੀਆਂ ਹੋਈਆਂ ਹਨ। ਬਾਇਸ ਜੰਬਕ ਕੰਕ ਕਰਾਲੇ। ਕਾਂ, ਗਿੱਦੜ ਤੇ ਚੀਲਾਂ ਨੇ ਜਿਹੜੀਆਂ ਹਨ, ਭਿਆਨਕ ਰੂਪ ਦੇ ਨਾਲ ਮਾਸ ਨੂੰ ਖਾਂਦੀਆਂ ਨੇ। ਮੁਰਦਾਖੋਰ ਜਿਹੜੇ ਜਾਨਵਰ ਨੇ ਉਹ ਆਉਂਦੇ ਨੇ, ਉਹ ਨੋਚਦੇ ਹਨ ਮਾਸ ਨੂੰ। ਕੂਕਤ ਅਮਿਖ ਖਾਏ ਮਿਸਾਲੇ। ਨਾਲੇ ਜਿਵੇਂ ਕੂਕਦੇ ਨੇ, ਆਵਾਜ਼ਾਂ ਕਰਦੇ ਨੇ, ਤੋੜ ਤੋੜ ਕੇ ਸੂਰਮਿਆਂ ਦੇ ਸਰੀਰਾਂ ਨਾਲੋਂ ਮਾਸ। ਛਾਤੀ ਮੂੰਡ ਪੁੱਟੈ ਲਗ ਗੋਰੀ। ਕਿਸੇ ਦੀ ਛਾਤੀ ਤੇ ਕਿਸੇ ਦਾ ਸਿਰ, ਜਿਵੇਂ ਇਹਦੇ ਘੜਾ ਹੁੰਦਾ ਨਾ, ਉਹਦੇ ਵਿੱਚ ਮਟਕੇ ਦੇ ਵਿੱਚ ਮੱਖਣ ਪਾਇਆ ਹੁੰਦਾ ਹੈ, ਤੇ ਉਹਨੂੰ ਡਾਂਗ ਦੇ ਨਾਲ ਜਾਂ ਹੋਰ ਚੀਜ਼ ਦੇ ਨਾਲ ਠੋਕਰ ਮਾਰ ਕੇ ਤੋੜੀਏ ਤੇ ਜਿਹੜੀ ਮੱਖਣੀਆਂ ਸਾਰੇ ਪਾਸੇ ਖਿਲਰ ਜਾਂਦੀਆਂ। ਇਸ ਤਰ੍ਹਾਂ ਸੂਰਮਿਆਂ ਦੇ ਸਿਰ ਨੇ ਜਿਹੜੇ ਗੋਲੀਆਂ ਵੱਜਦੀਆਂ ਨੇ, ਇਸ ਤਰ੍ਹਾਂ ਖਿਲਰ ਜਾਂਦੇ ਨੇ। ਕਿਸੇ ਦੀ ਛਾਤੀ ਪਾਟ ਜਾਂਦੀ ਹੈ। ਪਰਿਓ ਜੋਰ ਭਾਰੀ ਜੁਗ ਓਰੇ। ਸਾਰੇ ਪਾਸੇ ਬੜਾ ਗੋਲੀਆਂ ਦਾ ਜਿਹੜਾ ਦੌਰ ਚੱਲ ਰਿਹਾ ਹੈ, ਗੋਲੀਆਂ ਚੱਲਦੀਆਂ ਪਈਆਂ ਨੇ, ਭਾਰੀ ਜੰਗ ਹੈ। ਹਲਾ ਹਾਲ ਵੱਡ ਭਇਓ ਭੁਲਾਹਲ। ਬਹੁਤ ਜ਼ਿਆਦਾ ਰੌਲਾ ਹੈ, ਕਿਉਂਕਿ
ਜੰਗ ਹੋ ਰਿਹਾ, ਯਾਦ ਮੇਰੇ ਕਿਸੇ ਦੀ ਕੋਈ ਗੱਲਬਾਤ ਸੁਣਾਈ ਨਹੀਂ ਦਿੰਦੀ ਉੱਥੇ। ਲਰਦ ਵੀਰ ਰਣ ਰੰਗ ਚਲਾ ਚੱਲ। ਅਤੇ ਜੰਗ ਭੂਮੀ ਦੇ ਵਿੱਚ ਅੱਗੇ ਵੱਧ ਕੇ ਰਣ ਭੂਮੀ ਦੇ ਵਿੱਚ ਸੂਰਮੇ ਜਾ ਰਹੇ ਹਨ। ਪਾਛੇ ਬਾਉ ਨਹੀਂ ਕਿਨ ਡਾਰੇ। ਕਿਸੇ ਨੇ ਪਿੱਛੇ ਪੈਰ ਨਹੀਂ ਪਾਇਆ, ਕੋਈ ਪਿੱਛੇ ਡਰ ਕੇ ਹਟਿਆ ਨਹੀਂ ਹੈ। ਲੜਦੇ ਆਪਸ ਵਿਖੇ ਪਰਚਾਰੇ। ਲੜ ਰਹੇ ਨੇ ਤੇ ਸੂਰਮੇ ਇੱਕ ਦੂਜੇ ਨੂੰ ਹੱਲਾਸ਼ੇਰੀ ਵੀ ਨਾਲ ਦਿੰਦੇ, ਭਾਈ ਤਕੜੇ ਰਹੋ, ਕੋਈ ਗੱਲ ਨਹੀਂ, ਡਟ ਕੇ ਲੜੋ। ਕਹਾਂ ਸਿੰਘ ਦਲ ਪੰਜ ਸਹਿ ਹੋਵਾ। ਵੇਖੋ ਕਹਿੰਦੇ ਕਵੀਰਾਜ ਕੇ ਕਿੱਥੇ ਵੇਖੋ 500 ਦਾ ਸਿੰਘਾਂ ਦਾ ਜਥਾ ਹੈ। ਕਹਾਂ ਸ਼ਤਰੂ ਲਾਖੋਂ ਪਟ ਜੋਵਾ। ਤੇ ਦੂਜੇ ਪਾਸੇ ਜਿਹੜੇ ਦੁਸ਼ਮਣਾਂ ਦਾ ਦਲ ਹੈ ਉਹ ਲੱਖਾਂ ਦੀ ਤਾਦਾਦ ਵਿੱਚ ਹੈ। ਵਿਚਰੈ ਵੀਰ ਕੇ ਕਾਨ ਖੁਦਾਵੈ। ਫਿਰ ਵੀ ਸੂਰਮੇ ਜੰਗ ਦੇ ਵਿੱਚ ਜਾਂਦੇ ਨੇ, ਆਪਣੇ ਘੋੜਿਆਂ ਨੂੰ ਤਰਾਉਂਦੇ ਹਨ। ਵਧਹਿ ਅਗਰ ਤੋਮਰ ਪਰਮਾਵੈ। ਅੱਗੇ ਵਧਦੇ ਨੇ ਤੇ ਆਪਣੇ ਹੱਥ ਫੜਿਆ ਹੋਇਆ ਬਰਛਾ ਜਿਹੜਾ ਇਹ ਕਮਾਉਂਦੇ ਹਨ। ਬਿਸਮੇ ਤੁਰਕ ਮਾਰ ਜਬ ਪਰੀ। ਪਰ ਹੁਣ ਇਹਦੇ ਤੁਰਕਾਂ ਨੂੰ ਪਤਾ ਨਹੀਂ ਲੱਗਦਾ, ਇੰਨੀ ਮਾਰ ਪਈ, ਚਾਰ ਫੇਰੇ ਹੋਈ, ਪਤਾ ਹੀ ਨਹੀਂ ਲੱਗਦਾ ਪਿਆ, ਹੈਰਾਨ ਹੋ ਗਏ ਕਿ ਕਾਰਨ ਕੀ ਹੈ। ਸਾਡੀ ਨਫ਼ਰਤ ਵੀ ਬਹੁਤ ਜ਼ਿਆਦਾ ਹੈ ਤੇ ਜਿਹੜਾ ਖਾਲਸਾ ਥੋੜ੍ਹੀ ਜਿਹੀ ਗਿਣਤੀ ਵਿੱਚ ਹੈ। ਫਿਰ ਵੀ ਅਸੀਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਜੰਗ ਦੇ ਵਿੱਚ ਅਸੀਂ ਹੌਲੇ ਪੈ ਰਹੇ, ਹੈਰਾਨ ਹੋ ਰਿਹਾ ਮਨ ਦੇ ਵਿੱਚ। ਅੰਧ ਧੁੰਦ ਉੱਡ ਰਜ ਨਭ ਭਰੀ। ਜਦੋਂ ਹੁਣ ਕੱਚੀ ਜਗ੍ਹਾ ਹੈ, ਉੱਥੇ ਜੰਗ ਹੋ ਰਿਹਾ, ਘੋੜੇ ਭੱਜਦੇ ਨੇ, ਉੱਥੇ ਸੈਨ ਭੱਜੇ ਫਿਰਦੇ ਨੇ, ਇੰਨਾ ਜ਼ਿਆਦਾ ਵਰਤਈਆ ਹੈ ਤੇ ਉੱਥੇ ਮਿੱਟੀ ਜਿਹੜੀ ਹੈ ਉਹ ਉੱਡ ਕੇ ਤੇ ਇੱਕ ਧੁੰਦ ਦੀ ਨਿਆਈ ਬਣੀ ਹੋਈ ਹੈ। ਸਤਿਗੁਰ ਬੈਠੇ ਕੇਤਕ ਕਾਲ। ਪਹਿਲਾਂ ਸਮਾਂ ਸੱਚੇ ਪਾਤਸ਼ਾਹ ਦੀ ਉੱਚੀ ਜਗ੍ਹਾ ਤੇ ਬੈਠੇ ਹੋਏ ਹਨ। ਮਾਰਨ ਮਰਨੋਂ ਮਚਿਓ ਕੁਰਾਲ। ਉਸ ਜਗ੍ਹਾ ਤੇ ਜਿੱਥੇ ਮਾਰਨ ਮਰਨੋਂ ਭਾਵ ਕੇ ਮਾਰਨ ਵਾਸਤੇ ਬਹੁਤ ਜ਼ਿਆਦਾ ਉੱਚੀ ਉੱਚੀ ਇੱਕ ਦੂਜੇ ਨੂੰ ਮਾਰ ਲਓ ਦੀਆਂ ਆਵਾਜ਼ਾਂ ਆ ਰਹੀਆਂ ਨੇ ਜੰਗ ਦੇ ਵਿੱਚ। ਇੱਕ ਦੂਜੇ ਨੂੰ ਲਲਕਾਰਦੇ ਨੇ, ਕੁਝ ਆਪਣੇ ਸੰਗੀ ਸਾਥੀਆਂ ਨੂੰ ਆਵਾਜ਼ ਦਿੰਦੇ ਜੀ ਵੀ ਤਗੜੇ ਹੋ ਕੇ ਜੰਗ ਲੜੋ। ਕੁਝ ਜਦੋਂ ਸਾਹਮਣੇ ਆਉਂਦਾ ਕੋਈ ਤੁਰਕ ਆਉਂਦਾ ਜਾਂ ਤੁਰਕ ਦੇ ਸਾਹਮਣੇ ਕੋਈ ਸਿੰਘ ਆਉਂਦਾ, ਇੱਕ ਦੂਜੇ ਨੂੰ ਸੂਰਮੇ ਲਲਕਾਰਦੇ ਨੇ। ਅਤੇ ਇਸ ਤਰ੍ਹਾਂ ਇਹ ਬੜਾ ਭਿਆਨਕ ਦ੍ਰਿਸ਼ ਹੈ। ਜੁੱਧ ਖੇਤ ਜੋਧਨ ਤੇ ਛਾਇਓ। ਅਤੇ ਯੋਧੇ ਛਾਏ ਹੋਏ ਨੇ ਯੁੱਧ ਦੇ ਮੈਦਾਨ ਵਿੱਚ। ਮਹਾਸਾਰ ਸੋ ਸਾਰ ਬਜਾਇਓ। ਜੰਗ ਦੇ ਵਿੱਚ ਲੋਹੇ ਦੇ ਉੱਤੇ ਲੋਹਾ ਵੱਜ ਰਿਹਾ ਹੈ। ਦੋਹਰਾ ਇਸ ਪ੍ਰਕਾਰ ਰਣ ਮਚ ਰਹਿਓ। ਮੇਮੂ ਖਾਨ ਪਠਾਨ। ਇਸ ਪ੍ਰਕਾਰ ਦੇ ਨਾਲ ਜੰਗ ਮਚਿਆ ਹੋਇਆ ਹੈ। ਹੁਣ ਵਾਰੀ ਆਈ ਮੇਮੂ ਖਾਨ ਪਠਾਨ ਦੀ। ਕਰਤ ਸ਼ੀਘਰਤਾ ਫਿਰਤ ਹੈ। ਤਨ ਹੈ ਬਾਨ ਕਮਾਨ। ਇਹ ਸੂਰਮਾ ਵੀ ਜਿਹੜਾ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆ ਗਿਆ, ਪਾਤਸ਼ਾਹ ਜੀ ਦੇ ਵੱਲੋਂ ਲੜ ਰਿਹਾ ਮੇਮੂ ਖਾਨ, ਅਤੇ ਆਪਣਾ ਘੋੜਾ ਇੱਧਰ ਉੱਧਰ ਬੜੀ ਛੇਤੀ ਦੇ ਨਾਲ ਤੋਰਦਾ ਹੈ। ਹੱਥ ਦੇ ਵਿੱਚ ਇਹਦੇ ਕਮਾਨ ਫੜਿਆ ਹੋਇਆ ਹੈ। ਚੌਬਈ ਹੈ ਖੁਦਾਈ ਚਪ ਲਾਏ ਪ੍ਰਹਾਰ ਹੈ। ਸੂਰਮਿਆਂ ਦੇ ਵਿੱਚ ਇਹ ਬਹੁਤ ਵੱਡਾ ਨਿਪੁੰਨਤਾ ਦੇ ਨਾਲ ਇਹ ਜਿਹੜਾ ਗੁਣ ਆਉਂਦਾ ਹੈ ਕਿ ਉਧਰੋਂ ਘੋੜਾ ਵੀ ਭਜਾਉਂਦੇ ਹੋਣ ਤੇ ਨਾਲ ਵਾਰ ਵੀ ਕਰਦੇ ਹੋਣ। ਮੇਮੂ ਖਾਨ ਨਾਲ ਆਪਣਾ ਘੋੜਾ ਭਜਾ ਰਿਹਾ ਹੈ ਤੇ ਨਾਲ ਆਪਣੇ ਸ਼ਸਤਰਾਂ ਦਾ ਵਾਰ ਕਰ ਰਿਹਾ ਦੁਸ਼ਮਣਾਂ ਤੇ। ਇਤ ਉਤ ਵਿਚਰਤ ਛਤਰ ਸ਼ੰਘਾਰ ਕਦੇ ਹੈ। ਇੱਧਰ ਚਲੇ ਜਾਂਦਾ ਹੈ ਬਹੁਤ ਹਨੇਰੀ ਦੀ ਤਰ੍ਹਾਂ ਜੰਗ ਦੇ ਵਿੱਚ, ਕਦੇ ਇੱਧਰ ਜਾ ਕਰਕੇ ਦੁਸ਼ਮਣਾਂ ਨੂੰ ਮਾਰ ਰਿਹਾ ਹੈ। ਕਰ ਬਹਾਦਰੀ ਗੁਰ ਦਿਖਰਾਵੈ। ਅਤੇ ਸਭ ਤੋਂ ਵੱਡੀ ਗੱਲ ਮੇਮੂ ਖਾਨ ਨੂੰ ਇਹ ਹੈ ਮਨ ਦੇ ਵਿੱਚ ਕਿ ਮੈਂ ਬਹਾਦਰੀ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਦਿਖਾਉਣਾ ਕਿ ਮੈਂ ਕਿੰਨਾ ਬਹਾਦਰ ਹਾਂ। ਸੱਚੇ ਪਾਤਸ਼ਾਹ ਦੀ ਨਜ਼ਰਾਂ ਦੇ ਵਿੱਚ ਮੈਂ ਪ੍ਰਵਾਨ ਹੋ ਜਾਵਾਂਗਾ। ਰਿਬ ਕੋ ਖਾਪਤ ਆਪ ਬਚਾਵੈ। ਦੁਸ਼ਮਣਾਂ ਨੂੰ ਮਾਰ ਕੇ ਆਪਣਾ ਆਪਾ ਬਚਾ ਲੈਂਦਾ ਹੈ। ਸੈਦ ਖਾਨ ਜਿਸ ਢਿਗ ਸਰਦਾਰੀ। ਸੈਦ ਖਾਨ ਜਿਹਦੇ ਕੋਲ ਇਹਦੇ ਜਥੇ ਦੀ ਸਰਦਾਰੀ ਸੀ, ਜਿਸ ਕੇ ਸਕਲ ਸੈਨ ਅਨਸਾਰੀ। ਜਿਹਦੇ ਸਾਰੀ ਸੈਨਾ ਅਨੁਸਾਰੀ ਚੱਲ ਉਹਦੇ ਕਹੇ ਦੇ ਵਿੱਚ ਸੀ। ਤਿਸ ਕੇ ਜਾਗੇ ਭਾਗ ਵਿਸਾਲਾ। ਉਹਦੇ ਦੇ ਭਾਗ ਵੱਡੇ ਹਨ, ਉਹਦੇ ਭਾਗ ਪਿਛਲੇ ਪੂਰਬਲੇ ਜਾਗੇ। ਉਪਜਿਓ ਪ੍ਰੇਮ ਆਨ ਤਿਸ ਕਾਲਾ। ਤੇ ਸੈਦ ਖਾਨ ਜਿਹੜਾ ਹੈ ਉਹ ਵੀ ਆ ਗਿਆ,
ਉਹ ਜਿਹਦੇ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਬੜਾ ਪ੍ਰੇਮ ਹੈ ਜਿਸ ਦਾ। ਅਤੇ ਪਹਿਲਾ ਜਿਹੜਾ ਹੈ ਉਹ ਸੈਦ ਬੇਗ ਹੈ। ਇਹ ਹੁਣ ਸੈਦ ਖਾਨ ਆ। ਸੈਦ ਖਾਨ ਜਿਹੜਾ ਆਇਆ ਉਪਜੋ ਪ੍ਰੇਮ ਆਨੰਦ ਸਕਾਲਾ। ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸੱਚੇ ਪਾਤਸ਼ਾਹ ਦਾ ਪ੍ਰੇਮ ਹੈ। ਸੋ ਜਸ ਗੁਰੂ ਕੋ ਸੁਨ ਤੋ ਰਹਿਓ। ਉਹਨੇ ਬੜਾ ਜਸ ਸੁਣਿਆ ਸੱਚੇ ਪਾਤਸ਼ਾਹ ਜੀ ਦਾ। ਨਹੀਂ ਬਿਲੋਚਨ ਤੇ ਕਬ ਲਹਿਓ। ਅਤੇ ਪਰ ਉਹਨੇ ਸਤਿਗੁਰੂ ਪਾਤਸ਼ਾਹ ਜੀ ਦਾ ਦਰਸ਼ਨ ਕਦੇ ਨਹੀਂ ਕੀਤਾ। ਸੁਣ ਕੇ ਕਿ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦਾ ਰੂਪ ਹੀ ਨੇ। ਉਹਨਾਂ ਨੇ ਬੜੀ ਕਿਰਪਾ ਕੀਤੀ। ਜਿਹਦੇ ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ ਉਹ ਤਰ ਜਾਂਦਾ ਮਨੁੱਖ। ਜਿਹਦੇ ਜਿਹੀਆਂ ਵਡਿਆਈਆਂ ਸੁਣਦੇ ਰਹੇ। ਇਵੇਂ ਹੁੰਦਾ ਨਾ, ਜਦੋਂ ਅਸੀਂ ਕਿਸੇ ਗੁਰਮੁਖ ਪਿਆਰੇ ਦੇ ਕੋਲ ਬੈਠ ਕਰਕੇ ਤੇ ਸੱਚੇ ਪਾਤਸ਼ਾਹ ਦਾ ਜਪ ਸੁਣਦੇ ਹਾਂ, ਸਾਡੇ ਮਨ ਦੇ ਵਿੱਚ ਚਾਅ ਪੈਦਾ। ਜਦੋਂ ਕੋਈ ਸੁਣਦਿਆਂ ਸੁਣ ਕੇ ਤੇ ਫਿਰ ਮਨ ਦੇ ਵਿੱਚ ਪ੍ਰੇਮ ਜਾਗਦਾ ਤੇ ਸੁਣ ਕੇ ਫਿਰ ਸਤਿਗੁਰਾਂ ਨੇ ਇਸੇ ਕਰਕੇ ਜਪਜੀ ਸਾਹਿਬ ਦੇ ਸੁਣਨ ਦੀ ਮਹੱਤਤਾ ਪਹਿਲਾਂ ਦੱਸੀ। ਫਿਰ ਉਹਦੇ ਬਾਅਦ ਦੇ ਵਿੱਚ ਮੰਨਣ ਦੀ ਅਵਸਥਾ ਆਉਂਦੀ ਕਿ ਅਸੀਂ ਮੰਨ ਲਈਏ ਕਿ ਵਾਕਿਆ ਸਤਿਗੁਰੂ ਜੀ ਇਹੋ ਜਿਹੇ ਹੋਣਗੇ ਜਿਹੋ ਜਿਹਾ ਗੁਰਬਾਣੀ ਦੇ ਵਿੱਚ ਦੱਸਿਆ। ਇਵੇਂ ਹੀ ਸੈਦ ਖਾਨ ਨੇ ਸੁਣਿਆ ਹੋਇਆ ਸੀ ਗੁਰਸਿੱਖਾਂ ਦੇ ਕੋਲੋਂ, ਹੋਰ ਵੀ ਜਿਹੜੇ ਪਿਆਰ ਵਾਲੇ ਮੁਸਲਮਾਨ ਨੇ, ਜਿਹੜੇ ਸਤਿਗੁਰੂ ਪਾਤਸ਼ਾਹ ਦੇ ਸ਼ਰਧਾਲੂ ਸਨ, ਉਹਨਾਂ ਦੇ ਕੋਲੋਂ ਕਿ ਸਤਿਗੁਰੂ ਜੀ ਬੜੇ ਦੀਨ ਦਿਆਲੂ ਨੇ। ਅਤੇ ਜਿਵੇਂ ਅਸੀਂ ਕਹਿ ਦਈਦਾ ਹੈ ਕਿ ਸਤਿਗੁਰੂ ਜੀ ਬੜੇ ਪ੍ਰੇਮ ਦੇ ਸਹਿਤ ਸਾਨੂੰ ਆਪਣੇ ਚਰਨਾਂ ਦੇ ਨਾਲ ਲਾ ਲੈਂਦੇ ਨੇ। ਪਰ ਗੁਰਮੁਖ ਪਿਆਰੇ ਜਦੋਂ ਵੇਖੀਏ ਕਿ ਮਸੰਦਾਂ ਨੂੰ ਜਦੋਂ ਸਤਿਗੁਰਾਂ ਨੇ ਸਜ਼ਾ ਦਿੱਤੀ, ਜੇ ਕੋਈ ਗਲਤੀ ਕਰਦਾ ਹੈ ਵਾਰ-ਵਾਰ ਸਮਝਾਉਣ ਤੇ ਸਤਿਗੁਰੂ ਜੀ ਸਜ਼ਾ ਬੜੀ ਭੜੀ। ਕਲਗੀਧਰ ਪਾਤਸ਼ਾਹ ਜੀ ਫਿਰ ਮਾਫ ਹੀ ਨਹੀਂ ਦਿੰਦੇ। ਜਦੋਂ ਵਾਰ-ਵਾਰ ਉੱਥੇ ਗਲਤੀ ਕਰੀ ਜਾਣੀ, ਫਿਰ ਉਹਦੀ ਸਜ਼ਾ ਵੀ ਕਰੋ। ਇੱਕ ਵਾਰੀ ਜੇ ਕੋਈ ਭੁੱਲ ਕਰੇ, ਇੱਕ ਵਾਰੀ ਜਾਂ ਦੋ ਵਾਰੀ ਬਖਸ਼ਿਆ ਜਾਏਗਾ। ਜੇ ਬਹੁਤੀ ਵਾਰੀ ਕਰੂਗਾ ਤੇ ਫਿਰ ਉਹ ਬਖਸ਼ਿਆ ਨਹੀਂ ਜਾਂਦਾ। ਸੱਚੇ ਪਾਤਸ਼ਾਹ ਦੀਆਂ ਵਡਿਆਈਆਂ ਦੂਰ ਦੂਰ ਤੱਕ ਸਨ। ਸੈਦ ਖਾਨ ਵੀ ਸੁਣਦਾ ਰਿਹਾ, ਕਦੇ ਦਰਸ਼ਨ ਕੀਤੇ ਨਹੀਂ ਸਨ ਅੱਖਾਂ ਦੇ ਨਾਲ, ਪਰ ਵਡਿਆਈ ਜਾਣਦਾ ਹੈ। ਗੁਣੀ ਉਦਾਰ ਚਤੁਰ ਤਨ ਰੂਰੇ। ਕਿਹੜੇ ਗੁਣ ਸੁਣੇ ਜਿਹੜੇ ਆਮ ਮਨੁੱਖਾਂ ਦੇ ਵਿੱਚ ਬਹੁਤਿਆਂ ਦੇ ਵਿੱਚ ਨਹੀਂ ਹੁੰਦੇ। ਭਾਵ ਕਿ ਜੇ ਅਸੀਂ ਇੱਕ ਗੁਣੀ ਹੋਵੇ ਬੰਦਾ ਤੇ ਉਹਦੇ ਵਿੱਚ ਦੂਜੇ ਗੁਣ ਨਹੀਂ ਹੁੰਦੇ। ਗੁਣੀ ਉਦਾਰ ਆਪਣਾ ਹਿਰਦਾ ਬਹੁਤ ਪ੍ਰੇਮ ਦੇ ਨਾਲ ਲਬਾਲਬ ਭਰਿਆ ਹੋਵੇ ਜਿਹਦਾ। ਫਿਰ ਚਤੁਰ ਦਾ ਭਾਵ ਇੱਥੇ ਗਿਆਨੀ ਹੈ, ਗਿਆਨਵਾਨ, ਵਿਦਵਤਾ ਦੇ ਵਿੱਚ ਪਰਿਪੂਰਨ ਹੈ। ਅਤੇ ਤਨ ਰੂਰੇ, ਜਿਨ੍ਹਾਂ ਦਾ ਸਰੀਰ ਬਹੁਤ ਜ਼ਿਆਦਾ ਸੁੰਦਰ ਹੈ, ਜਿਨ੍ਹਾਂ ਦੇ ਸਰੀਰ ਦੇ ਦਰਸ਼ਨ ਕਰਕੇ ਉਹਨਾਂ ਦੇ ਸਰੀਰ ਨੂੰ ਇੱਕ ਵਾਰੀ ਤੱਕ ਲੈਣਾ, ਜਿਹੜਾ ਦੂਸਰੀ ਵਾਰ ਜਿਹੜੀ ਨਜ਼ਰ ਭਰ ਕੇ ਦੇਖਣ ਨੂੰ ਜੀ ਨਹੀਂ ਕਰਦਾ ਕਿ ਇੰਨਾ ਤੇਜ਼ ਹੈ ਸੱਚੇ ਪਾਤਸ਼ਾਹੀ ਦੇ ਸਰੀਰ ਦੇ ਵਿੱਚ। ਅੱਖਾਂ 'ਚ ਆ ਜਾਂਦੀਆਂ ਨੇ। ਤੇ ਗੁਰਮੁਖ ਪਿਆਰੇ, ਇਹ ਜਿਹੜੇ ਗੁਣ ਹਨ ਇਹ ਹਮੇਸ਼ਾ ਸੁਣਦਾ ਰਿਹਾ ਹੈ। ਇਤਿਆਦਿਕ ਗੁਣ ਗਨ ਕਰ ਪੂਰੇ। ਇਹ ਸਾਰੇ ਪੂਰੇ ਗੁਣ ਹਨ। ਇੱਕ ਪੂਰਨ ਮਨੁੱਖ ਜਿਹੜਾ ਹੁੰਦਾ ਹੈ, ਪੂਰਨ ਮਨੁੱਖ ਕਿਤੇ ਸਦੀਆਂ ਦੇ ਵਿੱਚ ਇੱਕ ਅੱਧਾ ਹੀ ਆਉਂਦਾ। ਸਦੀਆਂ ਦੇ ਵਿੱਚ, ਯੁੱਗਾਂ ਦੇ ਵਿੱਚ ਇੱਕ ਅੱਧਾ ਪੂਰਨ ਮਨੁੱਖ ਧਰਤੀ 'ਤੇ ਆਉਂਦਾ, ਜਿਹੜਾ ਹਰ ਇੱਕ ਪਾਸੇ ਪੂਰਨ ਹੁੰਦਾ। ਸਾਡੇ ਵਿੱਚ ਇੱਕ ਅੱਧਾ ਗੁਣ ਹੋਵੇਗਾ, ਬਾਕੀ ਸਾਰੇ ਔਗਣ ਹੀ ਹੁੰਦੇ। ਅਤੇ ਗੁਣਾਂ ਦੇ ਨਾਲ ਸਤਿਗੁਰੂ ਜੀ ਕਹਿੰਦੇ ਜਿੱਥੇ ਗੁਣ ਵਸਦੇ ਨੇ ਉੱਥੇ ਔਗਣ ਵੀ ਨੇ, ਜਿੱਥੇ ਔਗਣ ਨੇ ਉੱਥੇ ਸਾਡੇ ਗੁਣ ਵੀ। ਸਾਡਾ ਅਨੁਪਾਤ ਬਣਿਆ ਰਹਿੰਦਾ। ਕਿਸੇ ਦੇ ਵਿੱਚ ਕਹਿ ਲਓ ਕਿ 40% ਗੁਣ ਨੇ ਤੇ 60% ਔਗਣ ਨੇ। ਕਿਸੇ ਦੇ ਵਿੱਚ 40% ਜਿਹੜੇ ਔਗਣ ਨੇ ਤੇ 60% ਗੁਣ ਹੁੰਦੇ। ਇਹ ਜਿਹੜਾ ਅਨੁਪਾਤ ਘੱਟ ਵੱਧ ਵੀ ਹੋ ਸਕਦਾ। ਪਰ ਸੱਚੇ ਪਾਤਸ਼ਾਹ ਜੀ ਗੁਣਾਂ ਦਾ ਖਜ਼ਾਨਾ। ਇਸ ਕਰਕੇ ਜਦੋਂ ਨੇ ਸੁਣਿਆ ਕਿ ਕਲਗੀਧਰ ਪਾਤਸ਼ਾਹ ਜੀ ਗੁਣੀ ਹਨ, ਉਦਾਰ ਹਨ, ਸੁੰਦਰ ਹਨ ਸਰੀਰ ਕਰਕੇ, ਵਿਦਵਤਾ ਦੇ ਵਿੱਚ ਪਰਿਪੂਰਨ ਨੇ, ਗਿਆਨ ਨੂੰ ਬਖਸ਼ ਕਰਨ, ਰੂਹਾਨੀਅਤ ਦੇ ਮੁਜੱਸਮੇ ਨੇ ਕਲਗੀਧਰ ਪਾਤਸ਼ਾਹ ਜੀ। ਜਨ ਜਗ ਕੀ ਸੁੰਦਰਤਾ ਜੋਰੀ। ਮੰਨ ਲਓ ਕਿ ਸਾਰੀ ਕਾਇਨਾਤ ਨੇ ਆਪਣੀ ਸੁੰਦਰਤਾ ਇੱਕੋ ਸਰੀਰ ਦੇ ਵਿੱਚ ਹੀ ਪਾ ਦਿੱਤੀ ਹੋਵੇ। ਬਵਿਦ ਬਿਦਨ ਕੀ ਬਿਦ ਹੈ ਬਟੋਰੀ। ਮਾਨੋ ਕਿ ਤਰ੍ਹਾਂ ਤਰ੍ਹਾਂ ਦੀ ਸੁੰਦਰਤਾ ਇਕੱਠੀ ਕਰਕੇ ਜਿਹੜਾ ਸਰੀਰ ਬਣਾਉਂਦਾ। ਕੌਣ ਬਣਾਉਣ ਵਾਲਾ ਮੰਨਿਆ ਗਿਆ? ਕਹਿੰਦੇ ਬ੍ਰਹਮਾ। ਤੇ ਕਹਿੰਦੇ ਜਿਵੇਂ ਬ੍ਰਹਮਾ ਨੇ ਸਾਰੀ ਸੁੰਦਰਤਾ ਕਾਇਨਾਤ ਦੀ ਇੱਕ ਥਾਂ 'ਤੇ ਇਕੱਠੀ ਕੀਤੀ ਹੋਵੇ। ਸੁਮਤ ਵਿਚਾਰ ਚਾਰ ਚੰਦ ਰਾਏ। ਅਤੇ ਸੁਮਤ
ਵਿਚਾਰ ਸੁੰਦਰਤਾ ਅਤੇ ਚਤੁਰਾਈ ਹੈ ਜਿਹੜੀ ਮੂਰਤ ਗੁਰ ਕੀ ਏਕ ਬਨਾਈ। ਸਾਰੇ ਗੁਣ ਭਰ ਕੇ ਤੇ ਇੱਕ ਥਾਂ ਤੇ ਜਦੋਂ ਇਕੱਠੇ ਕਰ ਦਿੱਤੇ। ਮਨ ਹੋ ਦਿਖਾਵਨ ਨਿਜ ਨਿਪਨਾਈ। ਮੰਨ ਲਓ ਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਨਿਪੁੰਨਤਾ ਦਿਖਾਈ ਹੈ, ਜਿਹੜਾ ਕਲਗੀਧਰ ਪਾਤਸ਼ਾਹੀ ਦਾ ਮੁਜੱਸਮਾ ਬਣਾਇਆ। ਇਹ ਅਕਾਲ ਪੁਰਖ ਵਾਹਿਗੁਰੂ ਦੀ ਨਿਪੁੰਨਤਾ ਹੈ, ਪ੍ਰਵੀਨਤਾ ਹੈ ਕਿ ਇੱਕ ਸਰੀਰ ਦੇ ਵਿੱਚ ਆਪਣੇ ਸਾਰੇ ਗੁਣ ਪਾ ਦਿੱਤੇ। ਗੁਰ ਤਨ ਰਜ ਤਿਸ ਕੀਰਤ ਪਾਈ। ਸਤਿਗੁਰਾਂ ਦਾ ਸਰੀਰ ਬਣਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਵਡਿਆਈ ਲਈ ਹੈ। ਪਦਮ ਪੁੱਤਰ ਅਕ੍ਰਿਤ ਵਿੱਚ ਡੋਰੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੀਆਂ ਪਲਕਾਂ ਨੇ, ਕਹਿੰਦੇ ਇਸ ਤਰ੍ਹਾਂ ਜਿਵੇਂ ਕਮਲ ਦੀਆਂ ਪੱਤੀਆਂ ਨੇ। ਇਹ ਜਦੋਂ ਆਪਾਂ ਤਸ਼ਬੀਹ ਦੇ ਦਿੰਦੇ ਆ, ਕਿਉਂਕਿ ਕਵੀ ਨੇ ਜਿਹੜੇ ਉਹਨਾਂ ਨੇ ਤਸ਼ਬੀਹ ਕਿਸੇ ਨਾਲ ਦੇਣੀ, ਮੰਨ ਲਓ ਕਹਿੰਦੇ ਆ ਕਿ ਸਤਿਗੁਰਾਂ ਦੇ ਚਰਨ ਜਹਾਜ਼ ਦੇ ਨੇ, ਸਤਿਗੁਰਾਂ ਦੇ ਨੇਤਰ ਕਮਲ ਦੇ ਪੱਤੀਆਂ ਵਰਗੇ। ਸਤਿਗੁਰਾਂ ਦੇ ਨੇਤਰ ਨੇ ਜਿਹੜੇ ਨੈਣ ਨੇ ਅੰਦਰੋਂ, ਉਹ ਕਮਲ ਵਰਗੇ। ਸੋ ਇਹਨਾਂ ਵਿੱਚ ਯੋਗਣ ਬਹੁਤ ਜ਼ਿਆਦਾ ਨੇ। ਸਤਿਗੁਰੂ ਪਾਤਸ਼ਾਹ ਜੀ ਦੇ ਵਿੱਚ ਕੋਈ ਯੋਗਣ ਨਹੀਂ। ਜਿਵੇਂ ਕਹਿੰਦੇ ਨੇ ਚੰਦਰਮਾ ਵਾਧਿਆ, ਸਤਿਗੁਰਾਂ ਦਾ ਸਰੂਪ ਮੁਖੜਾ ਚੰਦਰਮਾ ਦੀ ਤਰ੍ਹਾਂ ਸ਼ੋਭਾ ਪਾਉਂਦਾ ਹੈ। ਪਰ ਆਪ ਹੀ ਕਵੀ ਜੀ ਫਿਰ ਲਿਖ ਦਿੰਦੇ ਨੇ ਕਿ ਚੰਦਰਮਾ ਦੇ ਵਿੱਚ ਤੇ ਦਾਗ ਨੇ, ਚੰਦਰਮਾ ਵਿੱਚ ਤੇ ਬੜੇ ਔਗਣ ਨੇ, ਉਹਦੀਆਂ ਕਲਾਵਾਂ ਘਟਦੀਆਂ ਨੇ, ਕਦੇ ਵੱਧ ਜਾਂਦੀਆਂ, ਕਦੇ ਪੂਰਾ ਆ ਜਾਂਦਾ, ਕਦੇ ਘਟ ਜਾਂਦਾ। ਸਤਿਗੁਰੂ ਜੀ ਦਾ ਇਹਨਾਂ ਚੰਦਰਮਾ ਨੂੰ ਬਣਾਉਣ ਵਾਲੇ, ਇਹਨਾਂ ਸੂਰਜਾਂ ਨੂੰ ਬਣਾਉਣ ਵਾਲੇ ਨੇ। ਇਸ ਕਰਕੇ ਉਦਾਹਰਨ ਮਾਤਰ ਹੀ ਇਹ ਉਦਾਹਰਨ ਦਿੱਤੀ ਜਾਂਦੀ, ਵੈਸੇ ਕੋਈ ਮੁਕਾਬਲਾ ਨਹੀਂ। ਸਤਿਗੁਰਾਂ ਦੇ ਜਿਹੜੀਆਂ ਪੰਖੜੀਆਂ ਨੇ ਨੇਤਰਾਂ ਦੀਆਂ, ਕਮਲ ਦੀਆਂ ਪੱਤੀਆਂ ਵਾਂਗ ਹਨ। ਖੰਜਨ ਮਨਰੰਜਨ ਚਿਤ ਚੋਰੇ। ਜਿਹੜੇ ਇਹ ਨੇਤਰ ਨੇ ਮਨ ਨੂੰ ਮੋਹ ਲੈਣ ਵਾਲੇ, ਜਿਹੜੇ ਨੇਤਰਾਂ ਦਾ ਜਿਹਨੇ ਦਰਸ਼ਨ ਕਰ ਲਿਆ ਉਹ ਕਲਗੀਧਰ ਪਾਤਸ਼ਾਹ ਦਾ ਹੀ ਹੋ ਗਿਆ। ਰੁਚਰ ਬਿਲੋਚਨ ਭਲੇ ਬਣਾਏ। ਇਸ ਤਰ੍ਹਾਂ ਇਹ ਸੋਹਣੇ ਜਿਹੜੇ ਨੇਤਰ ਨੇ ਭਲੀ ਪ੍ਰਕਾਰ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਕਿਰਤ ਹੈ, ਜਿਹੜੀ ਕਲਗੀਧਰ ਪਾਤਸ਼ਾਹ ਦੇ ਨੇਤਰ ਨੇ, ਇੰਨੇ ਰਸ ਵਾਲੇ ਨੇ, ਇਹਨਾਂ ਆਨੰਦ ਦੇਣ ਵਾਲੇ ਨੇ। ਪੱਥਰ ਤੋਂ ਪੱਥਰ ਦਿਲ ਵੀ ਜਦੋਂ ਜਾ ਕੇ ਦਰਸ਼ਨ ਕਰਦਾ ਹੈ ਤੇ ਉਹਦੇ ਅੰਦਰ ਪ੍ਰੇਮ ਦੀ ਸ਼ਹਿਬਰ ਲੱਗਦਾ। ਤੋ ਐਸੇ ਨੇਤਰ ਨੇ ਮੇਰੇ ਪਾਤਸ਼ਾਹ ਜੀ ਦੇ। ਦੀਨ ਪਲਟ ਆਦਿਕ ਗੁਣ ਪਾਏ। ਜਿਵੇਂ ਕਹਿੰਦੇ ਚੰਚਲ ਹੁੰਦੀ ਨਾ ਇੱਕ ਮਛਲੀ, ਤੇ ਐਵੇਂ ਜਿਹੜੀਆਂ ਪਲਕਾਂ ਨੇ ਸੱਚੇ ਪਾਤਸ਼ਾਹ ਜੀ ਦੀਆਂ, ਜਦੋਂ ਚਮਕਦੇ ਨੇ ਪਾਤਸ਼ਾਹ ਜੀ, ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ। ਮੁਖ ਮੰਡਲ ਕਿਆ ਬੱਬਰਾ ਚੰਦ। ਮੁਖ ਮੰਡਲ ਦੀ ਆਭਾ ਇੰਨੀ ਜ਼ਿਆਦਾ ਸੁੰਦਰ ਹੈ, ਇੰਨੀ ਚਮਕਦਾਰ ਹੈ, ਮਸਤਕ ਦਾ ਤੇਜ ਇੰਨਾ ਪਾਤਸ਼ਾਹ ਜੀ ਦਾ। ਕਹਿੰਦੇ ਜਿਹੜਾ ਬੱਬਰਾ ਚੰਦ, ਕੀ ਵਿਚਾਰਾ ਚੰਦਰਮਾ ਵੀ ਕੀ ਮੁਕਾਬਲਾ ਕਰ ਸਕਦਾ ਹੈ। ਬਹੁ ਦੋਸ਼ਨ ਤੇ ਦੀਸਤ ਮੰਦ। ਜਿਹਦੇ ਵਿੱਚ ਕਈ ਦੋਸ਼ ਨੇ, ਪਰ ਸੱਚੇ ਪਾਤਸ਼ਾਹ ਜੀ ਦੇ ਵਿੱਚ ਕੋਈ ਦੋਸ਼ ਆਦਿਕ ਨਹੀਂ। ਸਦਾ ਪ੍ਰਫੁੱਲਤ ਅੰਕ ਨ ਕੋਈ। ਸਤਿਗੁਰੂ ਪਾਤਸ਼ਾਹ ਜਿਵੇਂ ਚੰਦਰਮਾ ਕਹਿੰਦੇ ਘਟਦਾ ਵੱਧਦਾ, ਕਦੇ ਤੇ ਮੱਸਿਆ ਬਣਾ ਦਿੰਦਾ ਹੈ, ਕਦੇ ਪੂਰਨਮਾਸ਼ੀ ਬਣਾ ਦਿੰਦਾ, ਪਰ ਕਹਿੰਦੇ ਪਾਤਸ਼ਾਹੀ ਦਾ ਜਿਹੜਾ ਸੁੰਦਰ ਸਰੂਪ ਹੈ ਨਾ, ਸਦਾ ਹੀ ਤੇਜਮਈ ਹੈ, ਸਦਾ ਹੀ ਦਗਦਗ ਕਰਦਾ ਰਹਿੰਦਾ ਹੈ। ਇੱਕ ਰਸ ਰਹਿੰਦਾ ਹੈ, ਕਦੇ ਘਟਦਾ ਨਹੀਂ, ਕਦੇ ਵੱਧਦਾ ਨਹੀਂ, ਇੱਕੋ ਰਸ ਰਹਿੰਦਾ ਹੈ। ਕਮਲ ਕਹੋ ਕਿਮ ਸਮਤਾ ਹੋਈ। ਕਮਲ ਵੀ ਕਿਵੇਂ ਸਤਿਗੁਰੂ ਪਾਤਸ਼ਾਹ ਦੀ ਸਮਾਨਤਾ ਕਰ ਸਕਦਾ ਹੈ। ਕੌਣ ਕੌਣ ਗੁਣ ਵਰਨੋ ਅਬੈ। ਭਾਈ ਮੈਂ ਕਿਹੜੇ ਕਿਹੜੇ ਗੁਣ ਸੱਚੇ ਪਾਤਸ਼ਾਹ ਜੀ ਦੇ ਵਰਣਨ ਕਰਾਂ। ਸੋ ਜਸ ਕਹਿਤ ਜੋ ਘਰ ਘਰ ਸਬੈ। ਜਿਨ੍ਹਾਂ ਦੀਆਂ ਵਡਿਆਈਆਂ, ਜਿਨ੍ਹਾਂ ਦਾ ਜਸ ਘਰ ਘਰ ਦੇ ਵਿੱਚ ਹੁੰਦਾ ਹੈ। ਕਰਾਮਾਤ ਕਮਲ ਜਗ ਜਾਹਰ। ਕਰਾਮਾਤ ਰੂਹਾਨੀਅਤ ਹੈ ਜਿਹੜੀ ਸੱਚੇ ਪਾਤਸ਼ਾਹ ਜੀ ਦੀ, ਉਹ ਸਾਰੇ ਜਗਤ ਦੇ ਵਿੱਚ ਜ਼ਾਹਰ ਹੈ। ਸਕਲ ਕਲਾ ਸਮਰੱਥ ਸਖਠਾਹਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਨੇ, ਸਾਰੀਆਂ ਕਲਾਵਾਂ ਦੇ ਮਾਲਕ ਨੇ, ਅਤੇ ਸੁੱਖਾਂ ਦਾ ਖਜ਼ਾਨਾ ਟਿਕਾਣਾ ਹਨ। ਸੈਦ ਖਾਨ ਸੁਨ ਸੁਨ ਗੁਣ ਗਨ ਕੋ। ਇਹੋ ਜਿਹੇ ਗੁਣ ਸੁਣ ਸੁਣ ਕੇ ਸੈਦ ਖਾਨ ਨੇ ਜਦੋਂ ਮਨ ਦੇ ਵਿੱਚ ਗਣਨਾ ਕੀਤੀ। ਚਾਹਤ ਵਿਖਿਓ ਪ੍ਰੇਮ ਕਰ ਮਨ ਕੋ। ਚਾਹੁੰਦਾ ਹੈ ਕਿ ਮੈਂ ਕਲਗੀਧਰ ਪਾਤਸ਼ਾਹ ਦੇ ਜਾ ਕੇ ਦਰਸ਼ਨ ਕਰਾਂ। ਨਹਿ ਇਤਫਾਕ ਬਨਿਓ ਕਬ ਕੋਈ। ਪਰ ਅਜੇ ਤੱਕ ਦਰਸ਼ਨਾਂ ਦਾ
ਬਿਨਾ ਕੋਈ ਇਤਫਾਕ ਨਹੀਂ ਬਣਿਆ। ਜਿਸ ਤੈ ਸਤਿਗੁਰ ਦਰਸ਼ਨ ਹੋਈ, ਇਸ ਕਰਕੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਸਕੇ। ਚੜਿਓ ਮਹਿਮ ਆਨੰਦਤ ਆਇਓ। ਹੁਣ ਸੈਦ ਖਾਂ ਜਦੋਂ ਮਹਿਮ ਵਾਸਤੇ ਚੜਿਆ ਸੀ ਨਾ, ਤੇਰੇ ਮਨ ਦੇ ਵਿੱਚ ਆਨੰਦ ਆਇਆ ਕਿ ਹੁਣ ਜਾ ਕੇ ਮੈਂ ਦਰਸ਼ਨ ਕਰਾਂਗਾ। ਅਵਸਰ ਏਹੁ ਖੁਦਾਏ ਬਨਾਇਓ। ਇਹ ਕਲਗੀਧਰ ਪਾਤਸ਼ਾਹ ਜੀ ਕਿਉਂਕਿ ਯਾਦ ਕਰਦਾ ਰਹਿੰਦਾ ਸੀ ਨਾ, ਤੇ ਸੋਚਦਾ ਮਨ ਦੇ ਵਿੱਚ ਕਿ ਇਹ ਅਵਸਰ, ਇਹ ਮੌਕਾ ਕਲਗੀਧਰ ਪਾਤਸ਼ਾਹ ਖੁਦਾਵੰਦ ਨੇ ਆਪ ਹੀ ਬਣਾ ਲਿਆ। ਦਰਸ਼ਨ ਹੋਏ ਹੈ ਜੰਗ ਬਹਾਨੇ। ਚਲੋ ਕੋਈ ਗੱਲ ਨਹੀਂ, ਦਰਸ਼ਨ ਤੇ ਹੋਣਗੇ ਨਾ, ਭਾਵੇਂ ਜੰਗ ਦੇ ਬਹਾਨੇ ਹੋਣੇ, ਦਰਸ਼ਨ ਤੇ ਮੈਂ ਕਰਾਂਗਾ ਜਾ ਕੇ ਪਾਤਸ਼ਾਹ ਜੀ ਦੇ। ਹਿਰਦੇ ਮਨੋਰਥ ਦ੍ਰਿੜ ਅਸਠਾਨੇ। ਮਨ ਦੇ ਵਿੱਚ ਦ੍ਰਿੜ ਨਿਸ਼ਚਾ ਉਹਨੇ ਇਸ ਤਰ੍ਹਾਂ ਬਣਾਇਆ। ਦਲ ਮੁਕਾਬਲੇ ਦੋਨੋਂ ਪਏ। ਜਦੋਂ ਮੁਕਾਬਲਾ ਹੋਇਆ ਦੋਨੇ ਦਲਾਂ ਦਾ, ਦੇਖਣ ਕੀ ਇੱਛਾ ਉਰ ਲਏ। ਤੇ ਇਹਦੇ ਮਨ ਦੇ ਵਿੱਚ ਦਰਸ਼ਨਾਂ ਦੀ ਇੱਛਾ ਸੀ। ਤੁਰਕਨ ਦੇ ਚਿਤ ਤਾਸ ਧਰੰਤਾ। ਅਤੇ ਪਰ ਇਹ ਡਰਦਾ ਸੀ ਤੁਰਕਾਂ ਨੂੰ ਕਿ ਜੇ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਕਿਸੇ ਨੂੰ ਕਹਿ ਦਿੱਤਾ, ਆਪਣੇ ਦਿਲ ਦੀ ਗੱਲ ਜ਼ਾਹਰ ਕਰ ਦਿੱਤੀ, ਤੇ ਮੈਨੂੰ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਫਿਰ, ਕਿਉਂਕਿ ਨਾਲ ਆਇਆ ਚੜ੍ਹ ਕੇ। ਇਸ ਕਰਕੇ ਤੁਰਕਾਂ ਤੋਂ ਡਰ ਰਿਹਾ ਹੈ ਵਿਦਤ ਮਿਲੋ ਇਮ ਨਹੀਂ ਜਾਣਤਾ। ਕਿ ਮੈਂ ਸਾਹਮਣੇ ਜਾ ਕੇ ਮਿਲ ਪਵਾਂ। ਇਵੇਂ ਨਹੀਂ ਚਾਹੁੰਦਾ ਕਿ ਮੈਂ ਚੋਰੀ ਛਿਪੇ ਸਤਿਗੁਰਾਂ ਦੇ ਦਰਸ਼ਨ ਕਰਾਂਗਾ। ਮਨ ਦੇ ਵਿੱਚ ਇਹੋ ਜਿਹੀ ਵਿਚਾਰ ਬਣਾਉਂਦਾ ਹੈ। ਸ਼ਸਤਰ ਬੰਦ ਕਰ ਸਨਮੁਖ ਆਵੇ। ਅਤੇ ਸ਼ਸਤਰ ਬੰਦ ਕਰਕੇ ਜਦੋਂ ਸੱਚੇ ਪਾਤਸ਼ਾਹ ਜੀ ਸਾਹਮਣੇ ਆਉਣਗੇ, ਰਣ ਹਿਤ ਕਰਨ ਦਰਸ ਦਿਖਰਾਵੇ। ਅਤੇ ਰਣ ਦੇ ਵਿੱਚ ਜਦੋਂ ਆਉਣਗੇ ਨਾ ਸੱਚੇ ਪਾਤਸ਼ਾਹ ਜੀ, ਉਦੋਂ ਮੈਂ ਦਰਸ਼ਨ ਕਰ ਲਵਾਂਗਾ। ਅੰਤਰ ਜਾਮੀ ਪੀਰਨ ਪੀਰ। ਸਤਿਗੁਰੂ ਜੀ ਅੰਤਰਜਾਮੀ ਹਨ, ਪੀਰਾਂ ਦੇ ਪੀਰ ਹਨ। ਔਰ ਕੀ ਲਖ ਹੈ ਪ੍ਰੇਮ ਕੀ ਧੀਰ। ਸਤਿਗੁਰੂ ਜੀ ਪ੍ਰੇਮ ਦੀ ਜਿਹੜੀ ਦਿਲ ਦੀ ਗੱਲ ਹੈ, ਪ੍ਰੇਮ ਵਾਲੀ, ਉਹ ਬੁੱਝ ਲੈਂਦੇ ਹਨ। ਤਉ ਅਬ ਤੇਜ ਤੋ ਰੰਗ ਖੁਦਾਵੇ। ਅਤੇ ਇਸ ਕਰਕੇ ਹੁਣ ਮੈਂ ਆਪਣਾ ਘੋੜਾ ਭਜਾਉਂਦਾ ਹਾਂ। ਕਲਗੀ ਝੂਲਤ ਰੂਪ ਦਿਖਾਵੇ। ਤੇ ਕਦੋਂ ਆ ਕਰਕੇ ਕਲਗੀਧਰ ਪਾਤਸ਼ਾਹ ਜੀ ਆਪਣਾ ਸਾਖਸ਼ਾਤ ਰੂਪ ਲੈ ਕੇ ਮੇਰੇ ਸਾਹਮਣੇ ਆਉਣਗੇ, ਮੈਨੂੰ ਦਰਸ਼ਨ ਬਖਸ਼ਿਸ਼ ਕਰਕੇ ਨਿਹਾਲ ਕਰ ਦੇਣਗੇ। ਅਦ ਉਦ ਕੰਠਾ ਲਖ ਚਿਤ ਮੇਰੀ। ਮੇਰੇ ਚਿੱਤ ਦੀ ਬੜੀ ਭਾਰੀ ਇੱਛਾ ਜਾਣ ਕਰਕੇ ਏਕ ਬਾਰ ਇਤ ਪਾਵਹਿ ਫੇਰੀ। ਇੱਕ ਵਾਰੀ ਮੇਰੇ ਵੱਲ ਜ਼ਰੂਰ ਫਿਰ ਫੇਰੀ ਪਾਉਣਗੇ, ਭਾਵੇਂ ਜੰਗ ਕਰਨੀ ਮੇਰੇ ਨਾਲ ਆਉਣਾ। ਮਨ ਕੇ ਹਿਮ ਸੰਕਲਪ ਉਠਾਵੇ। ਇਸ ਤਰ੍ਹਾਂ ਸੈਦ ਖਾਂ ਮਨ ਦੇ ਸੰਕਲਪ ਬਣਾ ਰਿਹਾ ਹੈ। ਵਹਿਰ ਡਰਤ ਨਹਿ ਕਛੂ ਅਲਾਵੇ। ਪਰ ਕਿਸੇ ਦੇ ਨਾਲ ਜ਼ੁਬਾਨੋਂ ਨਹੀਂ ਕਹਿੰਦਾ ਕਿ ਮੈਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨੇ, ਕਿਉਂਕਿ ਡਰਦਾ ਹੈ ਆਪਣੇ ਤੁਰਕ ਭਰਾਵਾਂ ਦੇ ਨਾਲੋਂ। ਜਾਣੈ ਤੁਰਕ ਤਰਕ ਕੋ ਕਰੇ। ਅਤੇ ਜਾਣਦਾ ਹੈ ਕਿ ਜਿਹੜੇ ਤੁਰਕ ਨੇ ਜਿਨ੍ਹਾਂ ਦੇ ਨਾਲ ਆਇਆ, ਇਹਦੇ ਤਰਕ ਕਰਨਗੇ ਕਿ ਤੂੰ, ਕਿਉਂਕਿ ਖਾਲਸੇ ਪੰਥ ਦੇ ਜਦੋਂ ਮੁਸਾਜਨਾ ਹੋ ਚੁੱਕੀ, ਫਿਰ ਵੀ ਇਹ ਸਮਝਦੇ ਕਿ ਇਹ ਹਿੰਦੂਆਂ ਦੇ ਨੇ। ਉਹਨਾਂ ਦੇ ਮਨ ਦੇ ਵਿੱਚ ਤੂੰ ਅਨਮਤੀ ਨੂੰ ਜਾ ਕੇ ਮੱਥਾ ਟੇਕੇਗਾ ਤੇ ਤੂੰ ਦੋਸ਼ਕ ਦੇ ਵਿੱਚ ਪਵੇਂਗਾ। ਉਹ ਇਹ ਮੰਨਦੇ ਨੇ ਜਿਹੜਾ ਜਾ ਕੇ ਦੂਸਰੇ ਦਾ ਜਾ ਕੇ ਸ਼ਰਮ ਦੇ ਵਿੱਚ ਜਾਵੇ, ਤੁਰਕ ਜਾਂ ਮੁਸਲਮਾਨ, ਉਹ ਇਸ ਕਰਕੇ ਉਹਨਾਂ ਤੋਂ ਬੜਾ ਡਰਦਾ ਪਿਆ ਸੈਦ ਖਾਂ। ਮਨ ਦੇ ਵਿੱਚ ਪ੍ਰੇਮ ਵੀ ਹੈ। ਤੁਰਕ ਤਰਕ ਕੋ ਕਰਾਏ, ਤੁਰਕ ਫਿਰ ਤਰਕ ਕਰਨਗੇ, ਤੁਰਕ ਮੈਨੂੰ ਕਈ ਤਰ੍ਹਾਂ ਦੇ ਸਵਾਲ ਕਰਨਗੇ। ਅਜੋ ਸਬਨ ਮਹਿ ਬਹੁ ਬਿਸਦਰ। ਮੇਰੀ ਸਾਰਿਆਂ ਦੇ ਵਿੱਚ ਫਿਰ ਨਿੰਦਿਆ ਵੀ ਕਰਨਗੇ ਵੀ ਇਹ ਕਿਹੜੇ ਪੁੱਠੇ ਪਾਸੇ ਤੁਰ ਪਿਆ ਹੈ। ਪਾਤਸ਼ਾਹ ਨਵ ਰੰਗ ਟਿਕ ਗਏ। ਤੇ ਜਾ ਕੇ ਔਰੰਗਜ਼ੇਬ ਦੇ ਕੋਲ ਮੇਰੀ ਸ਼ਿਕਾਇਤ ਵੀ ਲਾਉਣਗੇ। ਮੋਕੋ ਮਹਾ ਨਿਲਾਇਕ ਗਏ। ਤੇ ਇਹਨਾਂ ਨੇ ਮੈਨੂੰ ਬੜਾ ਮਹਾ ਨਲਾਇਕ ਸਮਝਣਾ ਹੈ ਕਿ ਆਪਣੇ ਦਲ ਨੂੰ ਛੱਡ ਕੇ ਕਲਗੀਧਰ ਪਾਤਸ਼ਾਹ ਦੀ ਸ਼ਰਨ ਵਿੱਚ ਚਲਾ ਗਿਆ। ਇਤਿਆਦਿਕ ਮਨ ਘਟੀ ਗਨੰਦਾ। ਇਸ ਤਰ੍ਹਾਂ ਕਰਦਿਆਂ ਸੈਦ ਖਾਂ ਮਨ ਦੇ ਵਿੱਚ ਗਿਣਤੀਆਂ ਗਿਣਦਾ ਪਿਆ ਹੈ। ਬਿਨ ਦੇਖੇ ਅਤਿਸ਼ੈ ਅਕੁਲੰਤਾ। ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਤਾਂ ਗਿਰਨੀ ਮਨ ਦੇ ਵਿੱਚ ਕਿ ਮਨ ਦਾ ਵਿਆਕਲ ਹੋਇਆ ਪਿਆ ਹੈ। ਜਾਗੇ ਭਾਗ ਪ੍ਰੇਮ ਵਸ਼ ਹੋਇਓ।
ਭਾਗ ਜਾਗੇ ਨੇ ਤੇ ਪ੍ਰੇਮ ਦੇ ਵਸ ਹੋ ਗਿਆ। ਬਿਹਬਲ ਭਇਓ ਚਹਿ ਗੁਰ ਜੋਇਓ। ਬਿਹਬਲ ਹੋ ਗਿਆ ਹੈ ਹੁਣ ਸਤਿਗੁਰੂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ। ਮਹਾ ਭਾਵਨਾ ਔਰ ਬਿਰਧਾਨੀ। ਮਹਾ ਭਾਵਨਾ ਬੜੀ ਜ਼ਿਆਦੀ ਪਵਿੱਤਰ ਭਾਵਨਾ ਹਿਰਦੇ ਵਿੱਚ ਵੱਧ ਗਈ। ਸ੍ਰੀ ਕਲਗੀਧਰ ਸੋ ਪਹਿਚਾਨੀ। ਕਲਗੀਧਰ ਪਾਤਸ਼ਾਹ ਜੀ ਨੇ ਸਾਹਿਬ ਖਾਨ ਦੇ ਹਿਰਦੇ ਦੀ ਫਿਰ ਜਾਣ ਲਈ। ਸਹਿ ਨ ਸਕੇ ਪ੍ਰਿਯੋ ਪ੍ਰੇਮੀ ਕੇਰਾ। ਸਹਿ ਨਹੀਂ ਸਕਦੇ ਹੁਣ ਪਾਤਸ਼ਾਹ ਜੀ ਵੀ, ਕਿਉਂਕਿ ਜਦੋਂ ਹੁਣ ਇੱਕ ਪਾਸਿਓਂ ਪ੍ਰੇਮ ਦੀ ਜਿਹੜੀਆਂ ਤਰੰਗਾਂ ਨੇ ਉਹ ਮਰੀਦ ਹੈ ਜਿਹੜਾ ਉਹਦੇ ਅੰਦਰੋਂ ਨਿਕਲਦੀਆਂ ਨੇ। ਪਾਤਸ਼ਾਹ ਜੀ ਜਿਹੜੇ ਪ੍ਰੇਮ ਦੇ ਮੁਜੱਸਮੇ ਨੇ ਉਹਨਾਂ ਨੇ ਜਦੋਂ ਵੇਖਿਆ ਅੰਤਰਜਾਮੀ ਸਤਿਗੁਰਾਂ ਨੇ ਕਿ ਸੈਦ ਖਾਂ ਬੜਾ ਬਿਹਬਲ ਹੋ। ਪਾਤਸ਼ਾਹ ਜੀ ਵੀ ਹੁਣ ਇਹ ਜਿਹੜੀ ਬਿਰਹਾ ਦੀ ਜਿਹੜੀ ਉਹਦੀ ਅਗਨੀ ਉਹਦੇ ਅੰਦਰ ਮੱਚੀ ਹੈ ਨਾ ਦਰਸ਼ਨਾਂ ਵਾਸਤੇ। ਪਾਤਸ਼ਾਹ ਜੀ ਵੀ ਕਹਿੰਦੇ ਪ੍ਰੇਮ ਦੇ ਵਸੀਕਾਰ ਨੇ। ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਵੀ ਤਰਫ ਬਣ ਗਈ ਕਿ ਹੁਣ ਸੈਦ ਖਾਂ ਨੂੰ ਦਰਸ਼ਨ ਦੇਣੇ ਹੀ ਪੈਣੇ ਹਨ। ਰੋੜੀ ਪਰ ਤੇ ਉਠ ਬਿਨ ਦੇਰਾ। ਤੇ ਸਤਿਗੁਰੂ ਜੀ ਉਸੇ ਮੌਕੇ ਫਿਰ ਯਕਦਮ ਉੱਠੇ ਹਨ। ਹਵੈ ਸੁਚੇਤ ਤਬ ਹੀ ਖਟ ਕਸੀ। ਆਪਣਾ ਕਮਰ ਕੱਸਾ ਪਾਤਸ਼ਾਹ ਜੀ ਨੇ ਕੱਸ ਲਿਆ। ਸਦਾ ਪ੍ਰੇਮ ਕੇ ਜੋ ਹੈ ਬਸੀ। ਜਿਹੜੇ ਪਾਤਸ਼ਾਹ ਜੀ ਸਦਾ ਪ੍ਰੇਮ ਦੇ ਵਸ ਵਿੱਚ ਹੀ ਰਹਿੰਦੇ ਹਨ। ਧਨ ਖਬਾਨ ਨਿਜ ਪਾਨ ਸੰਭਾਰਾ। ਧਨੁਖ ਨੂੰ ਆਪਣੇ ਪਾਵਨ ਹਸਤ ਕਮਲਾਂ ਦੇ ਵਿੱਚ ਫੜ ਲਿਆ। ਭਏ ਤੁਰੰਗਮ ਪਰ ਅਸਵਾਰਾ। ਅਤੇ ਨੀਲੇ ਦੇ ਉੱਤੇ ਸਵਾਰ ਹੋ ਗਏ ਪਾਤਸ਼ਾਹ ਜੀ। ਕਰਤ ਸ਼ੀਕਰਤਾ ਹੈ ਚਪਲਾਏ। ਤੇ ਛੇਤੀ ਦੇ ਨਾਲ ਘੋੜੇ ਨੂੰ ਤੋਰਿਆ। ਤਤ ਸ਼ਿਨ ਖਾਨ ਅਗਰ ਕੋ ਆਏ। ਉਸੇ ਮੌਕੇ ਹੀ ਫਿਰ ਸੱਚੇ ਪਾਤਸ਼ਾਹ ਜੀ ਛੇਤੀ ਦੇ ਨਾਲ ਸੈਦ ਖਾਨ ਦੇ ਸਾਹਮਣੇ ਪਹੁੰਚ ਗਏ। ਕਹਿਓ ਖਾਨ ਜੀ ਬਨ ਸਵਧਾਨਾ। ਤੇ ਜਾਣੀ ਜਾਣ ਤੇ ਸਨ ਜਾਣਦੇ ਤੇ ਨੇ ਕਿ ਦਰਸ਼ਨਾਂ ਦੀ ਲਾਲਸਾ ਮਨ ਦੇ ਵਿੱਚ ਇਹਦੇ ਮਨ ਦੇ ਵਿੱਚ ਪ੍ਰੇਮ ਆ। ਪਰ ਜਿਵੇਂ ਆਪਾਂ ਜਾਣ ਬੁੱਝ ਕੇ ਕਿਸੇ ਨੂੰ ਛੇੜਦੇ ਆ ਨਾ ਫਿਰ ਸਤਿਗੁਰੂ ਜੀ ਕਹਿੰਦੇ ਖਾਨ ਜੀ ਸਾਵਧਾਨ ਹੋ ਜਾਓ। ਤਜ ਆਲਸ ਹੋਏ ਅਯੁੱਧ ਬਨ। ਆਲਸ ਹੁਣ ਸੁਚੇਤ ਹੋ ਜਾਓ। ਆਪਣੇ ਜਿਹੜੇ ਸ਼ਸਤਰ ਨੇ ਸੰਭਾਲ ਲਓ ਯੁੱਧ ਵਾਸਤੇ। ਖਬਰਦਾਰ ਹੋਏ ਸ਼ਸਤਰ ਸੰਭਾਰੋ। ਖਬਰਦਾਰ ਹੋ ਜਾਓ ਸੁਚੇਤ ਹੋਵੋ ਆਪਣੇ ਸ਼ਸਤਰਾਂ ਨੂੰ ਸੰਭਾਲੋ। ਸਹੁ ਵਾਰ ਕਹਿ ਆਪਨ ਪਰਹਾਰੋ। ਜਾਂ ਤਾਂ ਖਾਨ ਜੀ ਸਾਡਾ ਵਾਰ ਝੱਲ ਲਵੋ ਤੇ ਜਾਂ ਫਿਰ ਤੁਸੀਂ ਵਾਰ ਕਰੋ। ਸੈਦ ਖਾਨ ਵਿੱਚ ਸੈਨ ਤਮਾਮੂ। ਅਤੇ ਸੈਦ ਖਾਨ ਨੇ ਕਿਉਂਕਿ ਇੱਥੇ ਸੈਨਾ ਸੀ ਕੋਈ ਦੇਖ ਤਾਂ ਨਹੀਂ ਰਿਹਾ ਸੀ ਬਹੁਤਾ। ਸੈਦ ਖਾਨ ਨੇ ਸਾਰੀ ਸੈਨਾ ਦੇ ਵਿੱਚੋਂ ਹਾਥ ਬੰਦ ਝੁਕ ਕੀਨ ਸਲਾਮੂ। ਹੱਥ ਜੋੜ ਲੈ ਫਿਰ ਸੈਦ ਖਾਨ ਨੇ ਝੁਕ ਕੇ ਐ ਲਗਾ ਕੇ ਜੇ ਨਾ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਸ੍ਰੀ ਗੁਰ ਸੂਰਜ ਕੋ ਦਰਸਾਏ। ਸੱਚੇ ਪਾਤਸ਼ਾਹ ਜੀ ਜਿਹੜੇ ਸੂਰਜਾਂ ਦੇ ਵੱਤ ਜਿਨ੍ਹਾਂ ਦਾ ਪ੍ਰਕਾਸ਼ ਹੈ ਦਰਸ਼ਨ ਦੇ ਦਿੱਤੇ ਹਨ। ਕਮਲ ਬਿਲੋਚਨ ਜੁਗ ਬਿਕਸਾਏ। ਜਿਨ੍ਹਾਂ ਦੇ ਦੋਨੇ ਨੇਤਰ ਹੀ ਕਮਲ ਫੁੱਲ ਦੇ ਨਿਆਈ ਵਿਕਸੇ ਹੋਏ ਹਨ। ਮਹਾ ਪ੍ਰੇਮ ਤੇ ਗਦ ਗਦ ਬਾਨੀ। ਅਤੇ ਜਿਨ੍ਹਾਂ ਦੀ ਬਾਣੀ ਜਦੋਂ ਪਾਤਸ਼ਾਹ ਜੀ ਬੋਲਦੇ ਨੇ ਮਹਾ ਪ੍ਰੇਮ ਝਲਕਦਾ ਹੈ। ਆਨੰਦਿਤ ਚਿਤ ਤਉ ਬਖਾਨੀ। ਆਨੰਦਿਤ ਹੋ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਫਿਰ ਕਹਿਣ ਲੱਗਾ ਖੁਦਾਏ ਦੀ ਖੁਦਾਇਤ ਭਜਨਸ ਬੰਦ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਕਿ ਖੁਦਾ ਦੀ ਹੂਬਹੂ ਖੁਦਾਈ ਹੋ ਆਪ ਜੀ। ਭਜਨਸ ਖੁਦਾਏ ਮੁਰੀਦ ਜਿੰਦ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਖੁਦਾ ਹੋ ਤੇ ਮੈਂ ਆਪਣੇ ਮੁਰੀਦਾਂ ਨੂੰ ਤੁਸੀਂ ਜਿੰਦਾ ਕਰਨ ਵਾਲੇ ਜ਼ਿੰਦਗੀ ਬਖਸ਼ਿਸ਼ ਕਰਨ ਵਾਲੇ ਹੋ। ਨਹਿ ਸਮਤਾ ਮੋਤੇ ਬਨ ਆਵੇ। ਸਤਿਗੁਰੂ ਜੀ ਦਾ ਛੇੜ ਰਹੇ ਨੇ ਸੈਦ ਖਾਨ ਨੂੰ ਕਿ ਤਿਆਰ ਹੋ ਸੁਨੰਦਬੱਧ ਹੋ ਜਾ ਸ਼ਸਤਰ ਫੜ ਤੇ ਲੜਾਈ ਕਰ ਵਾਰ ਕਰ। ਉਹ ਹੱਥ ਜੋੜ ਕੇ ਖਲੋ ਗਿਆ। ਸੱਚੇ ਪਾਤਸ਼ਾਹ ਮੇਰੇ ਤੋਂ ਇਹ ਨਹੀਂ ਹੋ ਸਕਦਾ। ਮੇਰੇ ਤੋਂ ਤੁਹਾਡੇ ਨਾਲ ਜੰਗ ਨਹੀਂ ਹੋਣਾ। ਰਬ ਖਦਿਓਤ ਜਥਾ ਕਿਮ ਪਾਵੇ। ਅਤੇ ਕਹਿੰਦੇ ਕਿ ਟਟਹਿਣਾ ਜਿਹੜਾ ਹੈ ਉਹ ਸੂਰਜ ਦੀ ਸਮਤਾ ਕਿਵੇਂ ਕਰ ਸਕਦਾ। ਸੂਰਜ ਦਾ ਸਾਹਮਣਾ ਕਿਵੇਂ ਮੁਕਾਬਲਾ ਕਿਵੇਂ ਕਰ ਸਕਦਾ ਹੈ। ਸ੍ਰੀ ਕਲਗੀਧਰ ਬਹੁਰ ਉਚਾਰਾ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਸੁਨਹੁ ਖਾਨ ਜੀ ਬਾਗ ਹਮਾਰਾ।
ਸੁਣੋ ਖਾਨ ਜੀ ਸਾਡਾ ਬਚਨ। ਚਾਕਰ ਰਹਿਬੋ ਡੇਰੇਦਾਰੀ। ਅਤੇ ਚਾਕਰੀ ਹੈ ਜਿਹੜੀ ਸ਼ਾਹੀ ਨੌਕਰ ਰਹਿਣਾ ਤੇ ਫੌਜ ਦਾ ਜਿਹੜਾ ਡੇਰਾ ਰੱਖਣਾ ਹੈ। ਜੰਗ ਜੀਤਬੋ ਪਾਕੰਦਾਰੀ। ਤੇ ਇਹ ਜਿਹੜਾ ਜੰਗ ਜਿੱਤ ਕਰਕੇ ਇਹ ਜਿੱਤਣਾ ਤੇ ਫਿਰ ਅਲੱਗ ਰਹਿਣਾ, ਜੰਗ ਨੂੰ ਜਿੱਤ ਲੈਣਾ ਤੇ ਫਿਰ ਅਲੱਗ ਰਹਿਣਾ ਤੁਸੀਂ ਚਾਹੁੰਦੇ ਹੋਵੋਗੇ, ਪਰ ਇਸ ਤਰ੍ਹਾਂ ਹੈ ਜਿਵੇਂ ਕਹਿੰਦੇ ਨੇ ਕਰਮ ਕਰਤ ਹੋਵੇ ਲਿਹ ਕਰਮ। ਇਹ ਇਸ ਅਵਸਥਾ ਦਾ ਮਾਲਕ ਬਣਨਾ ਹੈ। ਸੁਨਤ ਬਾਕ ਤਜ ਦਿਓ ਤੁਰੰਗਮ। ਤੇਰੇ ਮਨ ਦੇ ਵਿੱਚ ਇੱਛਾ ਵੀ ਹੈ ਵੀ ਉਧਰ ਵੀ ਰਹਿਣਾ ਇੱਧਰ ਵੀ ਰਹਿਣਾ ਹੈ, ਜਾਂ ਤੇ ਫਿਰ ਇੱਕ ਬੰਨਾ ਕਰ ਦੇ, ਇੱਕ ਇੱਧਰ ਆ ਜਾ ਸਾਡੇ ਵਾਲੇ ਪਾਸੇ। ਫਿਰ ਤੇ ਪ੍ਰੇਮ ਦੀ ਬਾਤ ਹੋਈ ਨਾ, ਤੇ ਉਸੇ ਮੌਕੇ ਫਿਰ ਕਹਿੰਦੇ ਘੋੜੇ ਨੂੰ ਛੱਡ ਦਿੱਤਾ ਸੈਦ ਖਾਨ ਨੇ। ਜੋਰ ਦਿਓ ਸਭ ਆਪਣੋ ਸੰਗਮ। ਸਾਰਾ ਕੁਝ ਛੱਡ ਦਿੱਤਾ, ਆਪਣੇ ਨਾਲ ਦੇ ਸੰਗੀ ਸਾਥੀਆਂ ਨੂੰ ਛੱਡ ਦਿੱਤਾ ਸੈਦ ਖਾਨ ਨੇ। ਚਰਨ ਕਮਲ ਸਮ ਪਕਰੇ ਆਏ। ਅਤੇ ਆ ਕੇ ਧਾ ਕੇ ਜਦੋਂ ਪਾਤਸ਼ਾਹ ਜੀ ਨੇ ਬਚਨ ਕੀਤੇ ਨਾ, ਧਾ ਕੇ ਤੇ ਚਰਨਾਂ ਤੇ ਪੈ ਗਿਆ। ਉਪਰ ਰਾਖਿਓ ਸੀਸ ਟਿਕਾਏ। ਚਰਨਾਂ ਦੇ ਉੱਤੇ ਆਪਣਾ ਸੀਸ ਟਿਕਾ ਲਿਆ। ਅਤ ਆਨੰਦ ਕੇ ਅਸ਼ਰੂ ਚਾਲੇ। ਬੜਾ ਆਨੰਦ, ਉਹਦਾ ਮਨ ਜਿਵੇਂ ਆਪੇ ਤੋਂ ਬਾਹਰ ਹੋ ਗਿਆ ਸੈਦ। ਅਤੇ ਇੰਨੇ ਜ਼ਿਆਦੇ ਅਥਰੂ, ਇੰਨੇ ਜ਼ਿਆਦੇ ਵਿਰਾਗ ਦਾ ਜਲ ਉਹਦੇ ਨੇਤਰਾਂ ਦੇ ਵਿੱਚੋਂ ਡਿੱਗਿਆ। ਸੱਚੇ ਪਾਤਸ਼ਾਹ ਦੇ ਚਰਨਾਂ ਨੇ ਧੋ ਦਿੱਤੇ। ਜਿਸ ਤੇ ਪਦ ਸਮ ਪਦਮ ਬਖਾਲੇ। ਅਤੇ ਸਾਰੇ ਚਰਨਾਂ ਕਮਲਾਂ ਨੂੰ ਜਿਵੇਂ ਕਹਿੰਦੇ ਨਾ, ਅਸੀਂ ਜਦੋਂ ਵੱਡਿਆਂ ਦਾ ਸਤਿਕਾਰ ਕਰਦੇ ਹਾਂ, ਵਡਿਆਈ ਦਿੰਦੇ ਹਾਂ, ਜਦੋਂ ਗੁਰਮੁਖ ਪਿਆਰਿਓ ਇਹ ਹੁਣ ਤਾਂ ਨਹੀਂ, ਇਹ ਪਹਿਲਾਂ ਕਹਿੰਦੇ ਜਦੋਂ ਕਿਸੇ ਪ੍ਰਾਹੁਣੇ ਨੇ ਆਉਣਾ, ਵੱਡੇ ਵਡੇਰੇ ਨੇ ਆਉਣਾ, ਤੇ ਉਹਨੂੰ ਨਾਲੇ ਤਾਂ ਕਹਿੰਦੇ ਜਿਵੇਂ 5 ਇਸ਼ਨਾਨਾ ਕਰਾਉਣੇ ਤੇ ਨਾਲੇ ਦਾ ਸਤਿਕਾਰ ਕਰਨ ਵਾਸਤੇ ਇਹਦੇ ਚਰਨ ਬੁਖਾਰਦੇ ਸਨ। ਉਹਦੇ ਚਰਨਾਂ ਨੂੰ ਧੋਂਦੇ, ਫਿਰ ਸਾਫ਼ ਕੱਪੜਾ ਲੈ ਕੇ ਇਹਦੇ ਚਰਨਾਂ ਨੂੰ ਸਾਫ਼ ਕਰਨਾ। ਇਹ ਰੀਤ ਹੈ ਗੁਰਸਿੱਖੀ ਦੇ ਵਿੱਚ ਵੀ ਵੱਡਿਆਂ ਦਾ ਸਤਿਕਾਰ ਹੈ ਬਹੁਤ ਜ਼ਿਆਦਾ। ਇਹ ਮਹਾਂਪੁਰਖ ਸੰਤ ਦੀ ਸੇਵਾ ਕਰਨੀ। ਇਸ ਤਰ੍ਹਾਂ ਭਾਈ ਗੁਰਦਾਸ ਜੀ ਵੀ ਆਂਦੇ ਵੀ ਜੇ ਕਿਸੇ ਗੁਰਸਿੱਖ ਨੂੰ ਕੋਈ ਇਸ਼ਨਾਨ ਕਰਵਾਵੇ ਤੇ 68 ਤੀਰਥਾਂ ਦਾ ਜਿਹੜਾ ਫਲ ਹੈ ਗੁਰਸਿੱਖ ਨੂੰ ਇਸ਼ਨਾਨ ਕਰਵਾਉਣ ਦੇ ਨਾਲ ਮਿਲਦਾ। ਜੇ ਕੋਈ ਆਪਣਾ ਜਲ ਜਿਵੇਂ ਕਿਸੇ ਨੂੰ ਲੋੜ ਆ, ਗੁਰਸਿੱਖ ਜੇ ਸਿਆਲਿਆ ਦੇ ਤੱਤਾ ਪਾਣੀ ਕਰਕੇ, ਜੇ ਗਰਮੀ ਤੇ ਸੀਤਲ ਜਲ ਦੇ ਨਾਲ ਇਸ਼ਨਾਨ ਕਰਵਾਉਣਾ। ਇਸ ਤਰ੍ਹਾਂ ਕਰਕੇ ਗੁਰਮੁਖ ਪਿਆਰਿਓ ਜਦੋਂ ਕੋਈ ਇਸ ਤਰ੍ਹਾਂ ਕਰਦਾ ਹੈ, ਇਹ ਸੱਚੇ ਪਾਤਸ਼ਾਹੀ ਦੇ ਜਿਹੜੇ ਚਰਨ ਹਨ ਉਹਦੇ ਉੱਤੇ ਸੀਸ ਟਿਕਾ ਲਿਆ ਅਤੇ ਨੇਤਰਾਂ ਦੇ ਜਲ ਦੇ ਨਾਲ ਹੀ ਸਾਰੇ ਚਰਨਾਂ ਨੂੰ ਧੋ ਦਿੱਤਾ। ਮਾਰਨ ਮਰਬੇ ਕੋ ਜਹ ਬੈਰ। ਜਿਹੜਾ ਵੈਰ ਸੀ ਮਾਰਨ ਮਰਨ ਦਾ ਮਨ ਦੇ ਵਿੱਚ, ਤਹਿ ਕਰ ਪ੍ਰੇਮ ਲੀਨ ਬੜ ਖੈਰ। ਅਤੇ ਵੇਖੋ ਕਿ ਅੱਜ ਜਦੋਂ ਚਰਨਾਂ ਤੇ ਸੀਸ ਡਿੱਗ ਗਿਆ, ਸਤਿਗੁਰਾਂ ਦੀ ਚਰਨਾਂ ਦੀ ਛੋਹ ਦੇ ਨਾਲ ਅੰਦਰ ਇੱਕ ਤਰੰਗਾਂ ਜਿਹੜੀਆਂ ਬਿਜਲੀ ਵਾਲਾ ਪ੍ਰੇਮ ਹੈ ਜਿਹੜਾ ਉਹ ਦੌੜ ਗਿਆ। ਇੰਨਾ ਆਨੰਦ ਆਇਆ, ਇੰਨਾ ਖੇੜਾ ਆਇਆ ਕਿ ਸਭ ਕੁਝ ਸੁੱਧ ਬੁੱਧ ਭੁੱਲ ਗਏ। ਪੂਰਬ ਜਨਮ ਸਿੱਖ ਸ੍ਰੀ ਗੁਰੂ ਕੋ। ਅਤੇ ਕਹਿੰਦੇ ਕਵੀ ਜੀ ਕਿ ਇਹ ਸੈਦ ਖਾਨ ਪਹਿਲਾ ਜਿਹੜਾ ਇਹਦਾ ਜਨਮ ਸੀ ਉਹ ਗੁਰਸਿੱਖਾਂ ਦੇ ਘਰੇ ਸੀ। ਜਾਗ ਉਠਿਓ ਅੰਕੁਰ ਸੋ ਉਰ ਕੋ। ਉਹਨੂੰ ਹੁਣ ਗਿਆਨ ਹੋ ਗਿਆ। ਜਿਵੇਂ ਆਪਾਂ ਪਹਿਲਾਂ ਕਹਿੰਦੇ ਆ ਨਾ ਕਰਮਾਂ ਦੇ ਕਰਮ ਸਿਧਾਂਤ ਆਪਾਂ ਸੁਣਿਆ ਹੈ, ਆਤਮ ਵਿਚਾਰ ਸੁਣਿਆ ਹੈ। ਜਦੋਂ ਕੋਈ ਅੰਦਰੋਂ ਜਾਗ ਪੈਂਦਾ ਹੈ, ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ, ਉਹਨੂੰ ਸਾਰਾ ਪਤਾ ਲੱਗ ਜਾਂਦਾ। ਆਪਣੇ ਆਪ ਨੂੰ ਜਾਣ ਲਿਆ, ਉਹਨੇ ਸਾਰਾ ਕੁਝ ਜਾਣ ਲਿਆ। ਸਤਿਗੁਰੂ ਜੀ ਕਹਿੰਦੇ ਮਨ ਜੀਤਾ ਹੈ ਜਗ ਜੀਤ। ਮਨ ਨੂੰ ਜਿੱਤ ਲਿਆ, ਉਹਨੇ ਸਾਰਾ ਸੰਸਾਰ ਜਿੱਤ ਲਿਆ। ਉਹਦਾ ਭਾਵ ਇਹੀ ਹੈ ਜਦੋਂ ਆਪਣੇ ਆਪੇ ਦੀ ਪਛਾਣ ਹੋ ਗਈ, ਸਾਰਾ ਕੁਝ ਪਤਾ ਲੱਗ ਗਿਆ। ਅਸੀਂ ਜਿਹੜੇ ਸੰਸਾਰੀ ਹੁੰਦੇ ਆ, ਅਸੀਂ ਅਗਿਆਨ ਵਾਸਤੇ ਤੁਰੇ ਫਿਰਦੇ ਆ। ਹੁਣ ਜਿਵੇਂ ਹਨੇਰੇ ਦੇ ਵਿੱਚ ਉਹ ਕਹਿੰਦੇ ਨੇ ਭਾਂਡਿਆਂ ਨਾਲ ਭਾਂਡੇ ਟਕਰਾਉਂਦੇ ਨੇ, ਬਰਤਨ ਇੱਕ ਦੂਜੇ ਨਾਲ ਟੱਕਰਾਂ ਮਾਰਦੇ ਨੇ, ਇਸੇ ਤਰ੍ਹਾਂ ਅਸੀਂ ਹਨੇਰੇ ਦੇ ਵਿੱਚ ਇੱਕ ਦੂਜੇ ਨਾਲ ਲੜਦੇ ਹਾਂ। ਅਸੀਂ ਧਰਮਾਂ ਦੇ ਕਰਕੇ ਲੜੀ ਜਾਂਦੇ ਹਾਂ। ਇੱਕ ਗੱਲ ਔੜਤ ਨੂੰ ਜਦੋਂ ਪਤਾ ਲੱਗਦੀ ਹੈ ਕਿ ਜਦੋਂ ਬ੍ਰਹਮ ਦੇ ਵਿੱਚ ਕੋਈ ਆਤਮਾ ਚਲੀ ਜਾਂਦੀ ਹੈ, ਸੱਚੇ ਪਾਤਸ਼ਾਹ ਦੇ ਸਰੂਪ ਮੁਕਤੀ ਪ੍ਰਾਪਤ ਕਰ ਲੈਂਦੀ, ਫਿਰ ਕਹਿੰਦੇ ਉੱਥੇ ਕਹਿੰਦੇ ਕੋਈ ਵੀ ਧਰਮ ਨਹੀਂ ਰਹਿ ਜਾਂਦਾ, ਕੇਵਲ ਸ਼ੁੱਧ ਆਤਮਾ ਰਹਿ ਜਾਂਦੀ ਉੱਥੇ। ਪਰ ਇਹ ਇੱਕ ਰਸਤਾ ਹੈ। ਧਰਮ ਜਿਹੜੇ ਹੁੰਦੇ ਨੇ ਇੱਕ ਰਸਤਾ ਹੁੰਦਾ, ਰਸਤੇ 'ਤੇ ਚੱਲ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ। ਜਿਵੇਂ ਪਹਾੜ ਹੈ ਇੱਕ, ਉਹਨੂੰ ਜਾਣ ਵਾਸਤੇ ਇੱਕ ਸੜਕ ਜਾ ਰਹੀ,
ਇੱਕ ਪੱਗ ਡੰਡੀ ਜਾ ਰਹੀ ਹੈ, ਇੱਕ ਹੋਰ ਸ਼ਾਰਟਕਟ ਜਾ ਰਿਹਾ, ਬਿਲਕੁਲ ਸਿੱਧਾ ਜਿੰਨਾ ਚੜ੍ਹਾਈ ਚੜ੍ਹਨੀ ਉਹ ਵੀ ਜਾ ਰਹੇ ਨੇ ਪਹਾੜ ਦੇ ਉੱਤੇ। 3-4 ਤਰ੍ਹਾਂ ਦੇ ਰਸਤੇ ਜਾਂਦੇ ਹੁੰਦੇ ਨੇ ਪਹਾੜ ਨੂੰ, ਤੇ ਉਹ ਜਾਂਦੇ ਉਹ ਚੋਟੀ ਦੇ ਉੱਤੇ ਹੀ। ਇਸੇ ਤਰ੍ਹਾਂ ਇਹ ਵੱਖੋ ਵੱਖਰੇ ਜਿਹੜੇ ਪੰਥ ਨੇ, ਕੋਈ ਸਿੱਖ ਧਰਮ ਦੇ ਵਿੱਚ ਆਇਆ, ਕੋਈ ਹਿੰਦੂ ਧਰਮ ਦੇ ਵਿੱਚ, ਕੋਈ ਮੁਸਲਮਾਨ ਧਰਮ ਦੇ ਵਿੱਚ, ਧਰਮ ਕੋਈ ਮਾੜਾ ਨਹੀਂ, ਇਹ ਰਸਤੇ ਨੇ ਉਸ ਅਕਾਲ ਪੁਰਖ ਦੇ ਦੇਸ਼ ਵਿੱਚ ਜਾਣ ਵਾਸਤੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਜਦੋਂ ਪੂਰਵ ਜਨਮ ਦਾ ਸਿੱਖ ਸੀ, ਇਹਦੇ ਭਾਗ ਜਿਹੜੇ ਸੀ ਉਹ ਜਾਗ ਪਏ, ਅੰਦਰੋਂ ਹੁਣ ਜਿਹੜੇ ਭਾਗ ਸੀ ਉਹ ਸਾਰੇ ਉਦੈ ਹੋ ਗਏ। ਕਿਸੂ ਦੋਸ਼ ਤੇ ਪਾਏ ਤੁਰਕ ਗਨ, ਕੋਈ ਗਲਤੀ ਹੋਈ ਸੀ ਤੇ ਤੁਰਕ ਦਾ ਸਰੀਰ ਇਹਨੂੰ ਮਿਲਿਆ ਸੀ, ਤਦਬ ਲਾਗੀ ਰਹੀ ਲਗਨ ਮਨ, ਪਰ ਅੰਦਰ ਸਿੱਖੀ ਦੇ ਸੰਸਕਾਰ ਹੋਣ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਇਹਦੀ ਲਗਨ ਲੱਗੀ ਰਹੀ। ਭੂਤ ਭਵਿੱਖਿਅਤ ਕੇ ਗੁਰ ਗਿਆਤੇ, ਭੂਤ ਜਿਹੜਾ ਬਤੀਤ ਹੋ ਗਿਆ ਤੇ ਭਵਿੱਖ ਜਿਹੜਾ ਆਉਣ ਵਾਲਾ, ਅਤੇ ਵਰਤਮਾਨ ਜਿਹੜਾ ਚੱਲ ਰਿਹਾ। ਵਰਤਮਾਨ ਤੋਂ ਭਾਵ ਹੁੰਦਾ ਵੀ ਜਿਹੜਾ ਜਿੱਥੇ ਹੁਣ ਜਦੋਂ ਆਪਾਂ ਬੈਠੇ ਹਾਂ ਇਹ ਵਰਤਮਾਨ ਹੈ। ਇਸ ਤੋਂ ਜਿਹੜੇ 15 ਮਿੰਟ ਸਾਨੂੰ ਭੂਤ ਬਣ ਗਏ, ਭੂਤਕਾਲ ਦੇ ਵਿੱਚ ਚਲੇ ਗਏ। ਇਹ ਨਹੀਂ ਵੀ ਅੱਜ ਜਿਹੜਾ ਟੂਡੇ ਆਪਾਂ ਕਹਿ ਦਿੰਦੇ ਆ, ਆਹ ਟੂਡੇ ਅੱਜ ਦਾ ਦਿਨ ਵਰਤਮਾਨ, ਨਹੀਂ ਨਹੀਂ, ਜਿਹੜਾ ਅੱਜ ਤੋਂ ਹੁਣ ਤੋਂ 5 ਮਿੰਟ ਪਹਿਲਾਂ ਜਿਹੜਾ ਬਤੀਤ ਹੋ ਗਿਆ ਭੂਤਕਾਲ ਬਣ ਗਿਆ, ਜਿਹੜਾ ਅੱਗੇ ਉਹ ਭਵਿੱਖ ਆ। ਇਹ ਬੜੀ ਡੂੰਘੀ ਗੱਲ ਹੈ ਕਿ ਗੁਰਸਿੱਖ ਹਮੇਸ਼ਾ ਵਰਤਮਾਨ ਦੇ ਵਿੱਚ ਰਹਿੰਦਾ, ਪ੍ਰੈਜ਼ੈਂਟ ਦੇ ਵਿੱਚ ਰਹਿੰਦਾ, ਹਰ ਇੱਕ ਛਿਣ ਨੂੰ, ਹਰ ਇੱਕ ਪਲ ਨੂੰ ਜ਼ਿੰਦਗੀ ਦੇ ਨੂੰ ਮਾਣਦਾ। ਸਾਡੀ ਜ਼ਿੰਦਗੀ ਕਦੀ ਭੂਤਕਾਲ ਦੇ ਵਿੱਚ ਤੁਰੀ ਫਿਰਦੀ, ਉਹਦੀਆਂ ਯਾਦਾਂ ਲੱਭਦੀ ਫਿਰਦੀ ਹੈ ਕਿ ਮੈਂ ਉੱਥੇ ਗਿਆ ਸੀ, ਕੋਈ ਮੇਰਾ ਮਿੱਤਰ ਸੀ, ਮੈਂ ਉਹਦੇ ਨਾਲ ਇੰਨੀ ਜ਼ਿੰਦਗੀ, ਆਹ ਮੇਰੇ ਖੁਸ਼ੀ ਦੇ ਪਲ ਸਨ ਸਾਂਝੇ ਕੀਤੇ, ਆਹ ਮੈਂ ਦੁਖੀ ਸੀ, ਮੈਂ ਉਦੋਂ ਆਉਣ ਵਾਲਾ ਕਿਵੇਂ ਦਾ ਉਹਦੇ ਵਿੱਚ ਹੀ ਖੋਇਆ ਰਹਿੰਦਾ। ਸਤਿਗੁਰੂ ਜੀ ਪਿਛਲਾ ਸਮਾਂ ਵੀ ਸਾਡਾ ਜਾਣਦੇ ਨੇ, ਆਉਣ ਵਾਲਾ ਵੀ, ਹੋਣ ਵਾਲਾ ਵੀ। ਕਰਮ ਸ਼ੁਭਾ ਸ਼ੁਭ ਤਿਸ ਤੇ ਜਾਤੇ, ਤੇ ਸਤਿਗੁਰੂ ਜੀ ਇਸ ਕਰਕੇ ਜਦੋਂ ਕਿਸੇ ਦੇ ਸਾਰੇ ਜਨਮਾਂ ਦਾ ਪਤਾ, ਉਹਦੇ ਕਰਮਾਂ ਦਾ ਵੀ ਪਤਾ ਲੱਗ ਜਾਂਦਾ ਕਿ ਇਹਨੇ ਕੀ ਕੀ ਕੀਤਾ ਹੋਇਆ ਹੈ। ਹਿਰਦੇ ਪ੍ਰਵਾਹ ਪ੍ਰੇਮ ਕੋ ਲਇਓ, ਜਿਹੜਾ ਹਿਰਦੇ ਵਿੱਚ ਪ੍ਰੇਮ ਚੱਲ ਰਿਹਾ, ਹੁਣ ਸਤਿਗੁਰੂ ਜੀ ਨੇ ਜਦੋਂ ਤੱਕਿਆ, ਕਲਖ ਪੁੰਜ ਜਿਸ ਮੈਂ ਸਭ ਦਹਿਓ, ਜਿਸ ਪ੍ਰੇਮ ਦੇ ਪ੍ਰਵਾਹ ਵਿੱਚ ਸਾਰੇ ਜਿਹੜੇ ਪਾਪ, ਸਾਰੇ ਕੁਕਰਮ ਨਾਸ ਹੋ ਗਏ। ਕਿਰਪਾ ਦ੍ਰਿਸ਼ਟ ਤੇ ਧਰ ਸਿਰ ਹਾਥਾ, ਕਿਰਪਾ ਦ੍ਰਿਸ਼ਟ ਕੀਤੀ ਅਤੇ ਉਹਦੇ ਸਿਰ ਦੇ ਉੱਤੇ ਪਾਵਨ ਹਸਤ ਕਮਲ ਰੱਖ ਦਿੱਤਾ। ਤਤ ਛਿਨ ਸੇਵਕ ਕੀਨ ਸਨਾਥਾ, ਉਹਨੂੰ ਕਿਰਪਾ ਕਰਕੇ ਬਖਸ਼ ਲਿਆ, ਉਹਦੇ ਤੇ ਕਿਰਪਾ ਕਰ ਦਿੱਤੀ, ਉਹਦੇ ਅੰਦਰ ਨਾਮ ਚਲਾ ਦਿੱਤਾ। ਸਹਿਤ ਕੁਟੰਬ ਜਗਤ ਕੋ ਤਿਆਗਾ, ਉਹ ਪ੍ਰਮਾਤਮਾ ਸਮੇਤ ਸੈਦ ਖਾਨ ਉਹਨੇ ਦੁਨੀਆ ਨੂੰ ਛੱਡ ਦਿੱਤਾ। ਹਿਰਦੇ ਤੀਬਰ ਤਰ ਭਇਓ ਵਿਰਾਗਾ, ਦੁਨੀਆ ਭਾਵ ਕਿ ਉਹ ਵੱਖਰਾ ਹੀ ਹੋ ਗਿਆ, ਉਹਦੇ ਮਨ ਦੇ ਵਿੱਚ ਇੰਨਾ ਵਿਰਾਗ ਲੱਗਿਆ, ਇੰਨਾ ਤੀਬਰ ਉਹਦੇ ਮਨ ਦੇ ਵਿੱਚ ਵਿਰਾਗ ਜਾਗਿਆ, ਸੰਸਾਰ ਪ੍ਰਤੀ ਉਪਰਾਮਤਾ ਹੀ ਹੋ ਗਈ। ਸਤਿਗੁਰਾਂ ਦੇ ਦਰਸ਼ਨ ਕਰਕੇ ਜਦੋਂ ਸੱਚ ਨੂੰ ਜਾਣ ਲਿਆ, ਹੁਣ ਉਹ ਕਹਿੰਦਾ ਕਿ ਕਿਹੜਾ ਮੇਰਾ ਪੁੱਤ, ਕਿਹੜਾ ਮੇਰਾ ਧੀ, ਉਹ ਸਾਰਾ ਕੁਝ ਹੁਣ ਜਾਣ ਲਿਆ, ਉਹਨੇ ਪਛਾਣ। ਉਹਨੂੰ ਜਦੋਂ ਵਿਰਾਗ ਹੋ ਗਿਆ, ਪਰਮ ਵਿਰਾਗ ਦੀ ਅਵਸਥਾ ਵਿੱਚ ਪਹੁੰਚਿਆ, ਸ਼ਸਤਰ ਤੁਰੰਗਮ ਸਭ ਦਲ ਸ਼ੋਰਾ, ਸਾਰਾ ਕੁਝ ਹੀ ਛੱਡ ਦਿੱਤਾ, ਸ਼ਸਤਰ ਵੀ, ਘੋੜੇ ਵੀ, ਆਪਦਾ ਘਰ-ਬਾਰ ਤਿਆਗ ਦਿੱਤਾ। ਹੋਏ ਫਕੀਰ ਗਮਨਿਓ ਬਨ ਹੋਰਾ, ਤੇ ਇੱਕ ਬੀਤਰਾਗ ਫਕੀਰ ਬਣ ਗਿਆ, ਬਿਲਕੁਲ ਆਪਣੇ ਅੰਤਰਮੁਖੀ ਹੋ ਗਿਆ, ਸੁੱਧ ਬੁੱਧ ਜਿਹੜੀ ਸੰਸਾਰ ਦੀ ਭੁੱਲ ਗਈ, ਜੰਗਲ ਦੇ ਵਿੱਚ ਚਲਾ ਗਿਆ ਅਤੇ ਜਾ ਕਰਕੇ ਬੰਦਗੀ ਕਰਦਾ ਹੈ। ਕਿਹ ਸੋ ਮਿਲਿਓ ਨ ਦਿਖਿਓ ਫੇਰ, ਇਹਦੇ ਸ਼ਾਇਦ ਖਾਂ ਉਸ ਤੋਂ ਬਾਅਦ ਨਾ ਕਿਸੇ ਨੂੰ ਮਿਲਿਆ ਤੇ ਨਾ ਕਿਸੇ ਨੇ ਨੂੰ ਤੱਕਿਆ। ਗਇਓ ਸੋ ਗਇਓ ਗੁਰਨ ਮੁਦਹੇਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਨੰਦ ਨਾਲ ਦਰਸ਼ਨ ਕਰਕੇ ਚਲਾ ਗਿਆ। ਜਗਤ ਅਸਾਰ ਕੂਰ ਸਭ ਜਾਨਾ, ਜਗਤ ਜਿਹੜਾ ਝੂਠਾ ਹੈ ਉਹ ਜਾਣ ਲਿਆ। ਸਾਜ ਆਤਮ ਸਾਰ ਪਛਾਨਾ, ਆਤਮਾ ਦਾ ਸਾਰ ਜਿਹੜਾ ਹੈ, ਸਿੱਟਾ ਹੈ, ਉਹ ਪਛਾਣ ਲਿਆ। ਦੁਬਿਧਾ ਮਿਟੀ ਗਿਆਨ ਕਉ ਪਾਇਓ, ਦੁਬਿਧਾ ਮਿਟ ਗਈ ਤੇ ਗਿਆਨ ਨੂੰ ਪ੍ਰਾਪਤ ਕਰ ਲਿਆ। ਦੁਬਿਧਾ ਜਿਹੜੀ ਹੈ ਉਹਦੇ ਕਰਕੇ ਸਾਡਾ ਜਿਹੜਾ ਹੈ ਹਿਰਦਾ ਨਿਰਮਲ ਨਹੀਂ ਹੁੰਦਾ। ਦੁਬਿਧਾ ਤੋਂ ਭਾਵ ਕਿ ਜੇ ਮੈਂ ਗੁਰੂ ਘਰ ਜਾਣਾ, ਮੈਂ ਬੰਦਗੀ ਕਰਦਾ, ਮੈਂ ਬਾਣੀ ਪੜ੍ਹਦਾ, ਮੈਂ ਉੱਥੇ ਤੱਕ ਪਹੁੰਚਾਂਗਾ ਕਿ ਨਹੀਂ।
ਮਨ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ, ਇਹ ਸਾਰੀ ਦੁਬਿਧਾ ਹੀ ਹੈ। ਤੋ ਕੋਈ ਵਿਰਲਾ ਹੀ ਹੁੰਦਾ ਜਿਹਨੇ ਦੁਬਿਧਾ ਨੂੰ ਮਾਰ ਲਿਆ। ਜਿਹਨੇ ਮਾਰ ਲਿਆ ਫਿਰ ਉਹਨੇ ਆਪਦੀ ਆਤਮਾ ਨੂੰ ਪਛਾਣ ਲਿਆ, ਉਹਦੇ ਅੰਦਰ ਗਿਆਨ ਪੈਦਾ ਹੋ ਗਿਆ। ਰਾਗ ਦਵੈਖ ਮਨ ਮੂਲ ਮਿਟਾਇਓ। ਜਿਹੜਾ ਸੁੱਖ ਦੁੱਖ ਵੈਰ ਵਿਰੋਧ, ਕਿਸੇ ਨਾਲ ਜ਼ਿਆਦਾ ਪ੍ਰੇਮ ਕਰ ਲੈਣਾ, ਕਿਸੇ ਨਾਲ ਵੈਰ ਕਰੀ ਜਾਣਾ, ਇਹਨੂੰ ਕਹਿੰਦੇ ਰਾਗ ਦਵੈਖ। ਇਹ ਸਾਰਾ ਕੁਝ ਉਹਨੇ ਆਪਣਾ ਮੇਟ ਲਿਆ। ਨਾਨਾ ਭੇਦ ਸਰਬ ਨਿਰਵਾਰੇ। ਸਾਰੇ ਭੇਦ ਅੰਦਰ ਜਿਹੜੇ ਪਏ ਹੋਏ ਭਰਮ ਸਨ, ਸਾਰੇ ਇਹ ਨਿਵਰਤੀ ਹੋ ਗਈ। ਹੇਰਿਓ ਏਕ ਬ੍ਰਹਮ ਵਿਸਤਾਰੇ। ਚਾਰੇ ਪਾਸੇ ਇੱਕ ਬ੍ਰਹਮ ਨੂੰ ਹੀ ਤੱਕਦਾ ਹੈ। ਕੋਸ਼ਟ ਤਿਮਰ ਵਿਖੈ ਕੋ ਰੋਕਾ। ਜਿਵੇਂ ਕਹਿੰਦੇ ਕਈ ਚਿਰਾਂ ਦਾ, ਕਈ ਸਾਲਾਂ ਦਾ ਇੱਕ ਕੋਠਾ ਬੰਦ ਹੋਵੇ, ਕਮਰਾ ਬੰਦ ਹੋਵੇ, ਉਹਦੇ ਅੰਦਰ ਅਸੀਂ ਹਨੇਰੇ ਨੂੰ ਭਰ ਕੇ ਰੱਖਿਆ ਹੋਇਆ। ਉਹਦੇ ਅੰਦਰ ਪ੍ਰਕਾਸ਼ ਨਹੀਂ ਜਾ ਰਿਹਾ, ਕੋਈ ਰੋਸ਼ਨਦਾਨ ਨਹੀਂ, ਕੋਈ ਬਾਰੀ ਨਹੀਂ, ਬੂਹਾ ਨਹੀਂ, ਉਹ ਬੰਦ ਹੈ ਬਿਲਕੁਲ। ਉਹਦੇ ਅੰਦਰ ਹਨੇਰਾ ਹੁੰਦਾ ਅਤੇ ਜਦੋਂ ਉਹਦੇ ਅੰਦਰ ਜਾ ਕੇ ਆਪਾਂ ਖੋਲ੍ਹ ਕੇ ਬੂਹਾ, ਜਦੋਂ ਉਹਦੇ ਅੰਦਰ ਪ੍ਰਕਾਸ਼ ਕਰ ਦਿੰਦੇ ਹਾਂ, ਪ੍ਰਕਾਸ਼ ਇਹ ਨਹੀਂ ਕਹਿੰਦਾ ਕਿ ਇਹ ਕਈ ਸਾਲਾਂ ਤੋਂ ਬੰਦ ਸੀ ਅਤੇ ਮੈਂ ਹੌਲੀ ਹੌਲੀ ਪ੍ਰਕਾਸ਼ ਕਰੂੰਗਾ। ਕਹਿੰਦੇ ਉਸੇ ਸਮੇਂ ਜਦੋਂ ਅਸੀਂ ਮਾਚਿਸ ਜਲਾਈ, ਜਾਂ ਕਹਿ ਲਓ ਕਿ ਮਸ਼ਾਲ ਜਲਾ ਦਿੱਤੀ, ਬਲਬ ਜਗਾ ਦਿੱਤਾ ਉੱਥੇ ਜਾ ਕੇ, ਉਦੋਂ ਹੀ ਕਹਿੰਦੇ ਉਹ ਸਾਰਾ ਕਮਰਾ ਚਾਨਣ ਦੇ ਨਾਲ ਭਰ ਗਿਆ। ਇਸੇ ਤਰ੍ਹਾਂ ਹੀ ਸਾਡਾ ਮਨ ਹੈ, ਜਨਮਾਂ ਜਨਮਾਂਤਰਾਂ ਤੋਂ ਹਨੇਰਾ ਪਿਆ ਹੋਇਆ। ਜਦੋਂ ਵੀ ਨਾਮ ਦੀ ਜਿਹੜੀ ਮਸ਼ਾਲ ਹੈ ਅੰਦਰ ਸਤਿਗੁਰੂ ਜੀ ਜਗਾ ਦਿੰਦੇ ਨੇ ਕਿਰਪਾ ਕਰਕੇ, ਉਦੋਂ ਫਿਰ ਇਹ ਜਿਹੜਾ ਹਨੇਰਾ ਹੈ ਉਹ ਦੂਰ ਹੋ ਜਾਂਦਾ ਹੈ। ਨਿਕਸਤ ਜਥਾ ਪ੍ਰਕਾਸ਼ ਬਿਲੋਕਾ। ਅਤੇ ਉਹਦੇ ਹਨੇਰੇ ਨੂੰ ਦੂਰ ਹੋਣ ਤੋਂ ਬਾਅਦ ਪ੍ਰਕਾਸ਼ ਨੂੰ ਅਸੀਂ ਦੇਖਦੇ ਹਾਂ। ਤਨ ਹੰਤਾ ਮਹਿ ਬ੍ਰਿਤੀ ਨ ਆਏ। ਤਨ ਦੀ ਹੰਤਾ ਜਿਹੜੀ ਹੈ, ਪਿਛੇ ਵੀ ਆਪਾਂ ਇਹਦਾ ਇਹ ਵਿਸਥਾਰ ਨਾਲ ਸੁਣਿਆ ਕਿ ਤਨ ਦੀ ਹੰਤਾ, ਸਰੀਰ ਦਾ ਮੋਹ ਬਣਿਆ ਰਹਿਣਾ, ਮੈਂ ਸਰੀਰ ਹਾਂ ਇਹ ਮੰਨੀ ਜਾਣਾ, ਇਹਨੂੰ ਕਹਿੰਦੇ ਤਨ ਹੰਤਾ। ਜਿਹੜਾ ਗੁਰਮੁਖ ਪਿਆਰਾ ਜਿਹਨੂੰ ਗਿਆਨ ਹੋ ਜਾਂਦਾ ਹੈ, ਤਨ ਹੰਤਾ ਨੂੰ ਤਿਆਗ ਦਿੰਦਾ ਹੈ। ਇਸੇ ਤਰ੍ਹਾਂ ਸਹਿਜ ਖਾਨ ਦੇ ਮਨ ਦੇ ਵਿੱਚ ਤਨ ਦੀ ਹੰਤਾ ਜਿਹੜੀ ਉਹ ਦੂਰ ਹੋ ਗਈ। ਹਮ ਬ੍ਰਹਮ ਸਮ ਕੇ ਲਿਵ ਲਾਏ। ਹਮ ਬ੍ਰਹਮ ਅਸਮੀ ਜਿਹੜਾ ਹੋ ਜਾਂਦਾ, ਫਿਰ ਉਹਦਾ ਭਾਵ ਕਿ ਮੈਂ ਬ੍ਰਹਮ ਦੀ ਅੰਸ਼ ਹਾਂ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਰੂਪ ਹਾਂ। ਉਹਨੇ ਮੈਨੂੰ ਆਪਣੇ ਵਿੱਚੋਂ ਹੀ ਪੈਦਾ ਕੀਤਾ। ਜਦੋਂ ਉਹ ਜਾਣ ਲੈਂਦਾ, ਫਿਰ ਉਹਦੇ ਸਾਰੇ ਸਵਾਲਾਂ ਦੇ ਜਵਾਬ ਨੇ ਜਿਹੜੇ ਉਹਨੂੰ ਮਿਲ ਜਾਂਦੇ ਨੇ। ਅਸੀਂ ਵੀ ਜਦੋਂ ਇਹ ਲਾਈਨ 'ਤੇ ਤੁਰਦੇ ਹਾਂ ਨਾ, ਸਾਡੇ ਮਨ ਦੇ ਵਿੱਚ ਕਈ ਸਵਾਲਾਂ ਦੇ ਜਿਹੜੇ ਮਨ ਦੇ ਵਿੱਚ ਸਵਾਲ ਆਉਂਦੇ ਨੇ, ਜਵਾਬ ਲੱਭਦੇ ਰਹਿੰਦੇ ਆ। ਉਹ ਫਿਰ ਜਵਾਬ ਜਿਹੜੇ ਨੇ ਦੇਣ ਵਾਲੇ ਨੇ, ਉਹ ਮੇਰੇ ਵਰਗੇ ਹਨੇਰੇ ਦੇ ਵਿੱਚ ਆਪ ਹੁੰਦੇ, ਉਹ ਆਪਣੀ ਬੁੱਧੀ ਨਾਲ ਜਵਾਬ ਦਿੰਦੇ। ਜਿਵੇਂ ਜਿਵੇਂ ਜਵਾਬ ਦਿੰਦੇ ਨੇ, ਉਵੇਂ ਸੰਸਾਰ ਦੇ ਵਿੱਚ ਉਪਰਾਮਤਾ, ਪੱਧਰਤਾ, ਲੜਾਈ, ਝਗੜੇ ਹੁੰਦੇ ਨੇ, ਆਪਣੀ ਬੁੱਧੀ ਨਾਲ ਦਿੱਤੀ ਜਾਂਦੇ ਨੇ। ਕਿਉਂਕਿ ਇਹਨਾਂ ਸਵਾਲਾਂ ਦੇ ਜਵਾਬ ਉਹੀ ਦੇ ਸਕਦਾ ਜਿਹੜਾ ਪਰਮੇਸ਼ਰ ਨਾਲ ਉਹਦੀ ਬਿਰਤੀ ਕਦਾਕਾਰ ਹੋ, ਜਿਹੜਾ ਪ੍ਰਕਾਸ਼ ਬ੍ਰਹਮ ਦੇ ਵਿੱਚ ਲੀਨ ਹੋ ਗਿਆ। ਅਤੇ ਸਾਡੇ ਵਰਗੇ ਜਿਹੜੇ ਆਪ ਹਨੇਰੇ ਦੇ ਨੇ, ਉਹ ਫਿਰ ਸਵਾਲਾਂ ਦੇ ਜਵਾਬ ਦਿੰਦੇ ਨੇ ਵੀ ਇਸ ਤਰ੍ਹਾਂ ਹੋਏਗਾ, ਨਹੀਂ ਕੁਛ ਨਹੀਂ ਹੁੰਦਾ, ਇਹ ਸਰੀਰ ਹੀ ਹੈ ਬਸ, ਕੋਈ ਸੂਖਸ਼ਮ ਨਹੀਂ ਹੁੰਦਾ, ਕੋਈ ਆਤਮਾ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਇਹ ਇੱਥੇ ਆਏ ਆ ਬਸ, ਜੋ ਕਰਮ ਕੀਤਾ ਇੱਥੇ ਹੀ ਸਜ਼ਾ ਮਿਲ ਜਾਣੀ, ਕਿਤੇ ਕੋਈ ਦੇਖਾ ਨਹੀਂ ਹੋਣਾ, ਕੁਛ ਨਹੀਂ ਹੋਣਾ। ਉਹ ਫਿਰ ਇਹੋ ਜਿਹੀ ਜਿਵੇਂ ਦੀ ਉਹ ਫਿਰ ਕਰਦੇ ਰਹਿੰਦੇ ਨੇ ਵਿਆਖਿਆ। ਜਿਵੇਂ ਝੂਠ ਨੂੰ ਕਹਿੰਦੇ 100 ਵਾਰੀ ਬੋਲ ਦਈਏ ਝੂਠ ਉਹ ਸੱਚ ਬਣ ਜਾਂਦਾ। ਇਵੇਂ ਹੁਣ ਬਹੁਤ ਤੇਰੇ ਨੇ ਜਿਹੜੇ ਮਿਹਨਤ ਕਰਨੀ ਨਹੀਂ ਚਾਹੁੰਦੇ ਅਤੇ ਆਪਣਾ ਫਲਸਫਾ ਇੱਕ ਜਾਣ ਬੁੱਝ ਕੇ ਉਹ ਸਪਰੀਡ ਆਊਟ ਕਰਨਾ ਚਾਹੁੰਦੇ ਨੇ ਸੰਗਤ ਵਿੱਚ, ਕਿ ਅਸੀਂ ਇਸ ਫਲਸਫੇ ਤੋਂ ਬੰਦਗੀ ਵਾਲੇ, ਭਗਤੀ ਵਾਲੇ ਰਾਹ ਤੋਂ ਅਸੀਂ ਸੰਗਤਾਂ ਨੂੰ ਪਾਸੇ ਹੀ ਲੈ ਜਾਣਾ। ਕੇਵਲ ਤੁਸੀਂ ਕਹਿੰਦੇ ਬਸ ਤੁਸੀਂ ਕਿਰਤ ਵਿਰਤ ਕਰੋ, ਕਿਰਤ ਵਿਰਤ ਤਾਂ ਸਾਰੇ ਹੀ ਕਰਦੇ ਨੇ, ਕਾਰੋਬਾਰ ਕਰਦੇ ਨੇ, ਆਪਣੇ ਪਰਿਵਾਰਾਂ ਦਾ ਢਿੱਡ ਪਾਲਦੇ ਪਏ ਨੇ ਸਾਰੇ। ਫਿਰ ਗੁਰਸਿੱਖ ਦੇ ਵਿੱਚ ਕਿ ਉਹਨਾਂ ਦੇ ਵਿੱਚ ਗੰਤਲਣ ਨਾ ਹੋਇਆ। ਗੁਰਸਿੱਖ ਨੂੰ ਵਾਕ ਕਰਦੀ ਹੈ ਉਹਦੀ ਕਰਨੀ, ਜਿਹੜੀ ਉਹ ਬਾਣੀ ਪੜ੍ਹਦਾ ਅਤੇ ਨਿਤਨੇਮ ਕਰਦਾ, ਗੁਰੂ ਜਪਦਾ ਰਹਿੰਦਾ, ਇਹ ਵੱਖਰਾ ਹੈ। ਜੇ ਕੋਈ ਹਿੰਦੂ ਹੈ ਉਹ ਰਾਮ ਰਾਮ ਜਪਦਾ ਹੈ, ਆਪਣੇ ਇਸ਼ਟ ਦੀ ਉਪਾਸਨਾ ਕਰਦਾ ਹੈ, ਉਹ ਵੀ ਵੱਖਰਾ ਹੋ ਜਾਂਦਾ। ਹਰ ਇੱਕ ਮਨੁੱਖ ਉਹਦੀ ਸੰਭਾਵਨਾ ਹੈ ਕਿ ਉਹ ਪਰਮੇਸ਼ਰ ਦੇ ਰੂਪ ਦੇ ਵਿੱਚ ਮਿਲ ਸਕਦਾ ਜਾ ਕੇ। ਪਰ ਗੱਲ ਇਹ ਹੈ ਕਿ ਕੋਈ ਜਾ ਕੇ ਸ਼ੁਰੂ ਤੇ ਕਰੇ, ਜੇ ਕੋਈ ਸ਼ੁਰੂ ਕਰੇਗਾ ਫਿਰ ਹੀ ਉਹ ਪਰਮੇਸ਼ਰ ਦੇ ਰੂਪ ਵਿੱਚ ਜਾ ਕੇ ਸਮਿਲਿਤ ਹੋ ਸਕਦਾ, ਚਰਨਾਂ ਕਮਲਾਂ ਦਾ ਆਸਰਾ ਲੈ ਸਕਦਾ।
ਸੋ ਕਹਿੰਦੇ ਕਿ ਤਨ ਦੀ ਹੰਤਾ ਜਿਹੜੀ ਹੈ ਉਹ ਮਿਟ ਗਈ। ਅੰਦਰ ਜਿਹੜਾ ਅਨਬ੍ਰਹਮ ਅਸਮੀ ਭਾਵ ਹੈ ਕਿ ਮੈਂ ਬ੍ਰਹਮ ਦੀ ਅੰਸ਼ ਹਾਂ। ਜਿਵੇਂ ਕਬੀਰ ਸਾਹਿਬ ਕਹਿੰਦੇ ਨੇ, ਕਹੋ ਕਬੀਰ ਇਹ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟਿਆ ਨਾ ਮੰਚ। ਜਿਵੇਂ ਕਾਗਜ਼ਾਂ ਦੇ ਉੱਤੇ ਜਿਹੜੀ ਸਿਆਹੀ ਹੈ ਉਹਨੂੰ ਮਿਟਿਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਜਿਹੜੀ ਬ੍ਰਹਮ ਦੀ ਅੰਸ਼ ਹੈ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਕਿ ਇਹ ਜਿਹੜੀ ਇੱਕ ਆਤਮਾ ਤੇ ਇੱਕ ਚੇਤਨਤਾ ਸਾਡੀ ਆਤਮਾ ਜਿਹੜੀ ਅਕੰਡ ਆ ਮਾਰਿਆ ਉਹ ਕਿਸੇ ਕੰਮ ਦੇ ਵਿੱਚ ਦਖਲ ਨਹੀਂ ਦਿੰਦੀ। ਅਸਲ ਦੇ ਵਿੱਚ ਇਵੇਂ ਮੰਨਿਆ ਜਾਂਦਾ ਕਿ ਆਤਮਾ ਹੀ ਸਰੀਰ ਲੈ ਕੇ ਆਉਂਦੀ, ਉਹਨੂੰ ਇਹ ਸਜ਼ਾ ਮਿਲਦੀ ਹੈ ਕਿ ਉਹ ਹੀ ਅੱਗੇ ਜਾ ਕੇ ਇੱਕ ਸਰੀਰ ਉਹਨੂੰ ਮਿਲ ਜਾਂਦਾ। ਆ ਬਾਹਰੀ ਜਿਹੜਾ ਚੋਲਾ ਇਹ ਆਤਮਾ ਦਾ ਹੀ ਚੋਲਾ ਹੋ ਗਿਆ ਹੈ ਜਿਹੜਾ ਸਾਡੇ ਸਰੀਰ ਵਿੱਚ। ਅਸੀਂ ਕਹਿੰਦੇ ਸਾਡਾ ਸਰੀਰ ਹੈ, ਸਾਡਾ ਸਰੀਰ ਨਹੀਂ ਹੁੰਦਾ। ਇਸ ਕਰਕੇ ਗੁਰਮੁਖ ਪਿਆਰਿਓ ਕਹਿੰਦੇ ਜਿਹਨੂੰ ਉਹ ਗਿਆਨ ਹੋ ਗਿਆ ਕਿ ਮੈਂ ਬ੍ਰਹਮ ਦੀ ਅੰਸ਼ ਹਾਂ, ਉਹਦੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਵਿੱਚ ਤਦਾਕਾਰ ਹੋ ਜਾਂਦਾ। ਜਿਵੇਂ ਸੈਦ ਖਾਨ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਨਿਹਾਲ ਕਰ ਦਿੱਤਾ। ਜਾਂ ਤੇ ਆਪ ਮਿਹਨਤ ਕਰਨੀ ਪਏਗੀ ਗੁਰ ਸ਼ਬਦ ਲੈ ਕੇ, ਗੁਰਮੰਤਰ ਲੈ ਕੇ, ਜਾਂ ਅਰਦਾਸ ਕਰਨੀ ਪਏਗੀ ਸੱਚੇ ਪਾਤਸ਼ਾਹ ਉਹ ਵੱਡਾ ਕੰਮ, ਸਾਡੇ ਤੋਂ ਇੰਨੀ ਬੰਦਗੀ ਨਹੀਂ ਹੋ ਸਕਦੀ ਜਿੰਨੀ ਦੱਸੀ ਹੋਈ ਹੈ। ਆਪ ਜੀ ਕਿਰਪਾ ਕਰੋ ਸਾਡੇ ਤੇ ਗੁਰਪ੍ਰਸਾਦ ਵਰਤਾਓ, ਜਿਹਦੇ ਨਾਲ ਅਸੀਂ ਤੁਹਾਡੇ ਚਰਨਾਂ ਦਾ ਸਰੂਪ, ਤੁਹਾਡੇ ਚਰਨਾਂ ਦੇ ਵਿੱਚ ਹਮੇਸ਼ਾ ਰਹੀਏ। ਸਾਡੀ ਬਿਰਤੀ ਤੁਹਾਡੇ ਚਰਨਾਂ 'ਚ ਟਿਕੀ ਹੈ, ਹੋਰ ਕਿਸੇ ਪਾਸੇ ਸਾਡੀ ਬਿਰਤੀ ਜਾਵੇ। ਜਦੋਂ ਅਸੀਂ ਗੁਰਮਰਿਆਦਾ ਦੀ ਇੱਕ ਕਾਰ ਖਿੱਚਦੇ ਨੇ ਆਪਣੇ ਆਲੇ ਦੁਆਲੇ, ਫਿਰ ਸਾਡੀ ਬਿਰਤੀ ਜਿਹੜੀ ਹੈ ਮਨ ਦੇ ਫੁਰਨੇ ਨੇ ਉਹ ਵਿੱਚ ਟਿਕੇ ਰਹਿੰਦੇ, ਫਿਰ ਉਹ ਪਾਸੇ ਨਹੀਂ ਜਾਂਦੇ। ਹੌਲੀ ਹੌਲੀ ਇਹ ਕੇਂਦਰਿਤ ਹੋ ਕੇ ਇੱਕ ਬਿੰਦੂ ਤੇ ਆ ਜਾਂਦਾ। ਉਹ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੁੰਦਾ। ਜਦੋਂ ਨਾਮ ਜਪਦਿਆਂ ਮਨ ਜਿਹੜਾ ਪ੍ਰਕਾਸ਼ਮਈ ਹੋ ਜਾਂਦਾ ਹੈ। ਤੇ ਇਹ ਕਿਰਪਾ ਜਿਹੜੀ ਹੈ ਇਹ ਕਲਗੀਧਰ ਪਾਤਸ਼ਾਹ ਜੀ ਸਾਡੇ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਰਸ ਕਰ ਲੈਣ ਤਾਂ ਇਹ ਕੰਮ ਸਹਿਜੇ ਹੀ ਸਾਡਾ ਨਿਬੜ ਸਕਦਾ ਹੈ। ਪਰ ਜੇ ਅਸੀਂ ਰੋਜ਼ਾਨਾ ਅਰਦਾਸ ਕਰਦੇ ਰਹੀਏ, ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸੁੱਖ ਮਿਲਣ ਲੋਕ ਦਾ ਪਰਲੋਕ ਦਾ, ਫਿਰ ਸਾਨੂੰ ਰੋਜ਼ਾਨਾ ਹੀ ਪਰਮੇਸ਼ਰ ਦੀ ਬੰਦਗੀ, ਪਰਮੇਸ਼ਰ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ। ਇੱਕ ਦਿਨ ਆਏਗਾ, ਉਹ ਸਮਾਂ ਆਏਗਾ ਕਿ ਅਸੀਂ ਸਰੀਰ ਤੋਂ ਵੱਖ ਹੋ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਭੇਟ ਹੋ ਜਾਈਏ। ਸੋ ਇਹ ਜਿਹੜੀ ਗੱਲ ਆ ਇਹ ਸਾਡੇ ਮਨ 'ਚ ਘਰ ਕਰ ਜਾਵੇ ਵੀ ਅਸੀਂ ਬੰਧਨਾਂ 'ਚ ਬੱਝੇ ਹੋਏ ਹਾਂ, ਮੁਕਤ ਹੋਣਾ ਹੈ। ਇਹ ਸੰਗਤ ਕਰਕੇ ਬਾਣੀ ਪੜ੍ਹ ਕੇ ਹੋਵਾਂਗੇ। ਸਤਿਗੁਰੂ ਜੀ ਮਿਹਰਾਮ ਕਰਨ ਆਓ, ਪਾਤਸ਼ਾਹ ਜੀ ਦੇ ਨਾਮ ਦੇ ਨਾਲ ਕੁਝ ਸਮਾਂ ਜੁੜੀਏ। ਸਾਰੀ ਸੰਗਤ ਕਿਰਪਾ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਸਾਰੀਆਂ ਸੰਗਤਾਂ ਦਾ ਧੰਨਵਾਦ। ਜੋ ਆਇਆ ਸਤਿਗੁਰੂ ਜੀ ਮਿਹਰਾਬ ਕਰਨਾ